ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਠੀਕ ਆ ਜੀ। ਠੀਕ ਲੱਗ ਨਹੀਂ ਰਹੇ ਟਾਣਾ ਸਾਹਿਬ? ਨਹੀਂ ਪਤਾ ਨਹੀਂ ਕੋ ਬੁਖਾਰ ਹੀ ਨਹੀਂ ਉਤਰਦਾ। ਗੋਲੀਆਂ ਵੀ ਲਈ ਜਾਂਦੇ ਆ, ਦਵਾਈ ਬੂਟੀ ਲਈ ਜਾਂਦੇ ਆ, ਕਦੇ ਛਾਤੀ ਜੀ ਜਾਮ ਹੋ ਜਾਂਦੀ ਹੈ, ਕਦੇ ਜ਼ੁਕਾਮ ਲੱਗ ਜਾਂਦਾ, ਉਹ ਹਟਦਾ ਤਾਂ ਫਿਰ ਬੁਖਾਰ ਚੜ੍ਹ ਜਾਂਦਾ। ਵੀ ਹੋਈ ਕੀ ਜਾਂਦਾ, ਕਦੇ ਹੋਇਆ ਹੀ ਨਹੀਂ ਸੀ ਇਹ। ਚਲੋ ਕੋਈ ਗੱਲ ਨਹੀਂ, ਅਸੀਂ ਤੁਹਾਡੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ। ਅੱਜ ਤੁਹਾਨੂੰ ਅਸੀਂ ਘੱਟ ਤੋਂ ਘੱਟ ਬੋਲਣ ਦਾ ਮੌਕਾ ਦੇਵਾਂਗੇ। ਠੀਕ ਹੈ ਜੀ, ਮਿਹਰਬਾਨੀ। ਹਾਂ, ਤੇ ਪਹਿਲਾਂ ਮੌਸਮ ਦੀ ਹਾਲ ਬਿਆਨੀ ਤਾਂ ਤੁਹਾਡੇ ਮੂੰਹੋਂ ਹੀ ਸੱਜਦੀ ਹੈ। ਪਰ ਗੱਲ ਇਹ ਹੈ ਵੀ ਮੈਂ ਜੇ ਬੋਲਣਾ ਸ਼ੁਰੂ ਕਰਤਾ ਫਿਰ ਮੈਂ ਭੁੱਲ ਜਾਣਾ ਮੈਂ ਬੁਖਾਰ ਚੜਿਆ। ਪਰ ਕੀ ਕਰੀਏ, ਹੁਣ ਮੌਸਮ ਦੀ ਹਾਲ ਬਿਆਨੀ ਤਾਂ ਤੁਹਾਡੇ ਕੋਲ ਹੀ ਫੱਬਦੀ ਹੈ। ਦੇਖੋ ਵੀ ਗੱਲ ਇਹ ਆ ਵੀ ਤੜਕੇ ਪੈ ਗਿਆ ਮੀਂਹ। ਸਾਡੇ ਘਰਾਂ ਦੇ ਵੱਲ ਤਾਂ ਬਹੁਤ ਪਿਆ, ਦਫ਼ਤਰ ਦੇ ਵੱਲ ਆਇਆ ਇੱਥੇ ਮੀਂਹ ਹੈ ਨਹੀਂ। ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਕਣੀਆਂ ਪਈ ਜਾਂਦੀਆਂ, ਕਿਸੇ ਥਾਂ ਤੇ ਰਹੀ ਜਾਂਦੀਆਂ। ਸੋ ਮੌਸਮ ਵਿਭਾਗ ਕਹਿੰਦਾ ਵੀ ਆਉਂਦੇ 24 ਘੰਟਿਆਂ ਦੇ ਵਿੱਚ ਮੀਂਹ ਪੈ ਸਕਦਾ, ਹੋਰ ਵੀ ਪੈਣ ਦੀ ਪੂਰੀ ਸੰਭਾਵਨਾ। ਤੇ ਬਾਕੀ ਵਕਤ ਦੱਸੋ ਬਣਦਾ ਕੀ ਆ, ਪਰ ਐਤਕੀ ਮੀਂਹ ਪਏ ਬਹੁਤ ਆ। ਬੜੇ ਵਰਿਆਂ ਬਾਅਦ ਇੰਨੇ ਮੀਂਹ ਪਏ ਆ। ਮੌਸਮ ਵਿਭਾਗ ਨੇ ਗੱਲ ਕਹੀ ਆ ਵੀ ਐਤਕੀ ਜੁਲਾਈ ਦੇ ਮਹੀਨੇ ਦੇ ਵਿੱਚ ਰਿਕਾਰਡ ਤੋੜ ਮੀਂਹ ਪੈ ਗਏ ਆ। ਜੀ ਇਹ ਤਾਂ ਗੱਲ ਸੱਚੀ ਹੈ ਵੈਸੇ, ਕਿ ਬਹੁਤ ਸਾਲਾਂ ਬਾਅਦ ਇੰਨਾ ਮੀਂਹ ਪੈਂਦਾ ਵੇਖਿਆ। ਨਹੀਂ ਤਾਂ ਕਈ ਵਾਰ ਤਾਂ ਆਪਾਂ ਵੇਖਿਆ ਕਿ ਸਾਉਣ ਦਾ ਮਹੀਨਾ ਸੁੱਕਾ ਹੀ ਲੰਘਦਾ ਰਿਹਾ ਹੈ ਨਾ। ਇਹ ਸਾਉਣ ਭਾਦੋ ਦੇ ਵਿੱਚ ਜਿੰਨੀ ਆਸ ਹੁੰਦੀ ਸੀ ਉਨਾ ਮੀਂਹ ਪਿਆ ਨਹੀਂ ਹੈਗਾ, ਪਰ ਇਸ ਵਾਰ ਚੰਗੇ ਮੀਂਹ ਪੈ ਗਏ ਨੇ। ਪਰ ਇਹ ਮੀਂਹ ਕਹਿੰਦੇ ਆ ਨਾ ਕਿ ਜਦ ਤੱਕ ਆਪਣੀ ਛੱਤ ਨਾ ਚੋਂਦੀ ਹੋਵੇ ਉਦੋਂ ਤੱਕ ਹੀ ਮੀਂਹ ਚੰਗਾ ਲੱਗਦਾ। ਇਹ ਜਿਨ੍ਹਾਂ ਦੇ ਉੱਪਰ ਇਹ ਮੀਂਹ ਬਿਪਤਾ ਬਣ ਕੇ ਆਇਆ, ਜਿਨ੍ਹਾਂ ਦੀਆਂ ਫਸਲਾਂ ਡੁੱਬ ਗਈਆਂ, ਜਿਨ੍ਹਾਂ ਵਿਚਾਰਿਆਂ ਦੇ ਘਰ ਜਿਹੜੇ ਆ ਉਹ ਚੋਣ ਲੱਗ ਗਏ, ਜਿਨ੍ਹਾਂ ਦੀਆਂ ਕੰਧਾਂ ਢਹਿ ਗਈਆਂ, ਉਹਨਾਂ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਤੇ ਕੀ ਬੀਤ ਰਹੀ ਹੈ। ਸੋ ਇਦਾਂ ਦੇ ਨੁਕਸਾਨ ਦੀਆਂ ਖਬਰਾਂ ਵੀ ਬਹੁਤ ਸਾਰੀਆਂ ਸਾਹਮਣੇ ਆਈਆਂ ਨੇ। ਖੈਰ ਆਪਾਂ ਤਾਂ ਇਹ ਚਾਹੁੰਦੇ ਹਾਂ ਕਿ ਸਰਬੱਤ ਦਾ ਭਲਾ ਹੋਵੇ, ਹਰ ਇੱਕ ਬੰਦਾ ਰਾਜੀ ਖੁਸ਼ੀ ਆਪਣੇ ਘਰ ਦੇ ਵਿੱਚ ਰਵੇ। ਤੇ ਆਪਾਂ ਹੁਣ ਸਭ ਤੋਂ ਪਹਿਲਾਂ ਚੱਜ ਦੇ ਵਿਚਾਰ ਦੀ ਸਾਂਝ ਦੇਖੋ ਵੀ ਚੱਜ ਦਾ ਵਿਚਾਰ ਇਹ ਆ ਵੀ ਕਦੇ ਵੀ ਹਿੰਮਤ ਨਾ ਹਾਰੋ, ਕਦੇ ਵੀ ਹਿੰਮਤ ਨਾ ਹਾਰੋ। ਕੀ ਪਤਾ ਕਾਮਯਾਬੀ ਤੁਹਾਡੀ ਆਖਰੀ ਕੋਸ਼ਿਸ਼ ਦੀ ਉਡੀਕ ਕਰ ਰਹੀ ਹੋਵੇ। ਵਾਹ ਵਾਹ। ਵੀ ਪਤਾ ਕੋਈ ਨਹੀਂ, ਆਪਾਂ ਕਈ ਵਾਰੀ ਥੱਕ ਟੁੱਟ ਕੇ ਬਹਿ ਜਾਂਦੇ ਵੀ ਨਹੀਂ ਹੁਣ ਨਹੀਂ ਗੱਲ ਬਣਦੀ, ਹੁਣ ਕੁਛ ਨਹੀਂ ਬਣਨਾਗਾ, ਹੁਣ ਕੁਛ ਨਹੀਂ ਵੱਟਿਆ ਜਾਣਾ, ਹੁਣ ਤਾਂ ਭਾਈ ਬਿਲਕੁਲ ਢੇਰੀ ਢਾਲ ਗਈ ਤੇ ਕੁਛ ਨਹੀਂ ਵੱਟਿਆ ਜਾਣਾ। ਪਰ ਪਤਾ ਕੋਈ ਨਹੀਂ ਹੁੰਦਾ ਵੀ ਭਾਈ ਕਾਮਯਾਬੀ ਇੱਕ ਆਖਰੀ ਹੱਲਾ ਮੰਗਦੀ ਹੋਵੇ, ਇੱਕ ਆਖਰੀ ਹੰਭਲਾ ਮੰਗਦੀ ਹੋਵੇ। ਉਹ ਜਿਵੇਂ ਕਹਿੰਦੇ ਨਾ ਵੀ ਇੱਕ ਵਾਰੀ ਇੱਕ ਬੰਦਾ ਸੀਗਾ, ਉਹਨੂੰ ਕਿਸੇ ਨੇ ਕਿਹਾ ਬਸ ਤੂੰ ਇਹ ਗੱਲ ਕਹੀ ਜਾਣੀ ਆ ਵੀ ਬਣ ਜਾ ਸੋਨਾ, ਬਣ ਜਾ ਸੋਨਾ, ਬਣ ਜਾ ਸੋਨਾ, ਬਣ ਜਾ ਸੋਨਾ। ਉਹ ਕਹੀ ਗਿਆ, ਉਹਨੇ 1000 ਵਾਰ ਕਹਿਣਾ ਸੀ। ਤੇ ਜਦੋਂ 999 ਵਾਰੀ ਕਹਤਾ ਬਣ ਜਾ ਸੋਨਾ, ਤੇ ਬਾਅਦ ਦੇ ਵਿੱਚ ਅੱਕ ਗਿਆ, ਕਹਿੰਦਾ ਬਣ ਜਾ ਸਵਾਹ ਦੀ ਢੇਰੀ। ਉਹ ਸਵਾਹ ਦੀ ਢੇਰੀ ਬਣ ਗਈ। ਇਹ ਆ ਗੱਲ ਵੀ ਭਾਈ ਆਖਰੀ ਵੇਲੇ ਤੱਕ ਹੰਭਲਾ ਮਾਰੀ ਚੱਲੋ, ਪਤਾ ਕੋਈ ਨਹੀਂ ਹੁੰਦਾ ਵੀ ਬਣ ਕੀ ਜਾਵੇ। ਬਿਲਕੁਲ। ਮੈਂ ਇੱਕ ਤਸਵੀਰ ਵੇਖੀ ਸੀ ਟਾਣਾ ਸਾਹਿਬ, ਸਾਰਿਆਂ ਨੇ ਵੇਖੀ ਹੋਣੀ ਹੈ ਵੈਸੇ ਤਾਂ, ਉਹ ਵੀ ਇਸੇ ਗੱਲ ਨਾਲ ਜੁੜੀ ਹੋਈ ਹੈ ਕਿ ਇੱਕ ਬੰਦਾ ਜਿਹੜਾ ਆ ਉਹ ਮਿੱਟੀ ਨੂੰ ਖੋਦ ਰਿਹਾ ਹੈ ਨਾ, ਕਈ ਦੇ ਨਾਲ ਮਿੱਟੀ ਪੱਟੀ ਜਾਂਦਾ, ਹੀਰੇ ਨੇ ਥੱਲੇ ਪਏ ਹੋਏ ਹੈ ਨਾ। ਤੇ ਜਦੋਂ ਬਿਲਕੁਲ ਇੰਨੀ ਕੁ ਵਿੱਥ ਰਹਿ ਜਾਂਦੀ ਹੈ ਹੀਰੇ ਤੱਕ ਪਹੁੰਚਣ ਲਈ, ਉੱਥੇ ਉਹ ਢੇਰੀ ਢਾਹ ਕੇ ਤੇ ਵਾਪਸ ਮੁੜ ਪੈਂਦਾ ਵੀ ਨਹੀਂ ਇੱਥੇ ਨਹੀਂ ਕੁਝ ਵੀ ਲੱਭਣਾ ਹੈਗਾ। ਜਦ ਕਿ ਜੇਕਰ ਉਹ ਥੋੜਾ ਜਿਹਾ ਹੰਭਲਾ ਹੋਰ ਮਾਰਦਾ ਤਾਂ ਐਡਾ ਵੱਡਾ ਸਾਰਾ ਹੀਰਾ ਉਹਨੂੰ ਮਿਲ ਸਕਦਾ ਸੀ। ਸੋ ਇਸ ਲਈ ਕੋਸ਼ਿਸ਼ ਕਰਦੇ ਰਹੋ, ਹਮੇਸ਼ਾ ਕਰਦੇ ਰਹੋ। ਹੁਣ ਮੇਰੇ ਵਾਲੇ ਚੱਜ ਦਾ ਵਿਚਾਰ ਤੇ ਆਈਏ। ਕਹਿੰਦੇ ਟਾਣਾ ਸਾਹਿਬ, ਇਮਾਰਤ ਜਿੰਨੀ ਮਰਜ਼ੀ ਵੱਡੀ, ਜਿੰਨੀ ਮਰਜ਼ੀ ਉੱਚੀ, ਜਿੰਨੀ ਮਰਜ਼ੀ ਖੁੱਲੀ ਡੁੱਲੀ ਹੋਵੇ, ਇਮਾਰਤ ਜਿੰਨੀ ਮਰਜ਼ੀ ਵੱਡੀ, ਜਿੰਨੀ ਮਰਜ਼ੀ ਉੱਚੀ, ਜਿੰਨੀ ਮਰਜ਼ੀ ਖੁੱਲੀ ਡੁੱਲੀ ਹੋਵੇ, ਉਹਦੀ ਸ਼ੁਰੂਆਤ ਇੱਕ ਇੱਟ ਨਾਲ ਹੀ ਹੁੰਦੀ ਹੈ। ਇਹ ਤਾਂ ਗੱਲ ਸੱਚੀ ਹੈ ਵੀ ਭਾਵੇਂ ਤੁਸੀਂ ਜੋ ਮਰਜ਼ੀ ਬਣਾਓ, ਭਾਵੇਂ ਤਾਜ ਮਹਿਲ ਦੀ ਗੱਲ ਕਰ ਲਓ, ਭਾਵੇਂ ਕਿਸੇ ਹੋਰ ਇਮਾਰਤ ਦੀ ਗੱਲ ਕਰ ਲਓ ਵੱਡੀ ਵਡੇਰੀ ਦੀ, ਪਰ ਗੱਲ ਇਹ ਆ ਵੀ ਉਹਦੀ ਸ਼ੁਰੂਆਤ ਇੱਕ ਇੱਟ ਤੋਂ ਹੀ ਹੁੰਦੀ ਹੈ। ਮਿਸਤਰੀ ਪਹਿਲਾਂ ਇੱਕ ਇੱਟ ਲਾਉਂਦਾ, ਫਿਰ ਦੂਜੀ ਇੱਟ ਲੱਗਦੀ ਆ। ਸੋ ਉਹ ਇੱਟ ਲਾਉਣ ਵਾਲਾ ਜਿਹੜਾ ਮਿਸਤਰੀ ਆ ਉਹ ਵੀ ਤੰਦਰੁਸਤ ਰਵੇ, ਇੱਟਾਂ ਸਭ ਦੀਆਂ ਠੀਕ ਰਹਿਣ। ਉਹਦਾ ਮਤਲਬ ਆ ਨਹੀਂ ਸੀ ਇੱਟਾਂ ਨੂੰ ਛੋਰਾ ਪੈ ਜਾਂਦਾ। ਅੱਛਾ ਜੀ। ਤੇ ਛੋਰੇ ਦੇ ਕਰਕੇ ਤੇ ਘਰ ਦੇ ਵਿੱਚ ਸਲਾਬਾ ਬੜਾ ਆ ਜਾਂਦਾ ਜੀ। ਤੇ ਇਸ ਕਰਕੇ ਭਾਈ ਛੋਰੇ ਦਾ ਸਹੀ ਇਲਾਜ ਕਰਨਾ ਚਾਹੀਦਾ। ਲੂਣ ਵਾਲੀ ਆ ਇੱਟ ਬਹੁਤ ਜ਼ਿਆਦਾ ਹੈ ਨਾ, ਆਪਾਂ ਕਹਿ ਦਿੰਦੇ ਕਲਰ ਆ ਗਿਆ। ਹੁਣ ਤਾਂ ਦੂਜੀ ਆ ਗਈ, ਦੂਜੀ ਇੱਟ ਆ ਗਈ ਹੁਣ ਸੀਮੈਂਟ ਵਾਲੀ। ਅੱਛਾ ਜੀ। ਹੁਣ ਸੀਮੈਂਟ ਵਾਲੀ ਐਡੀ ਇੱਟ ਆਉਂਦੀ ਆ, ਉਹ ਸਲਾਬਾ ਨਹੀਂ ਆਉਂਦਾ ਉਹਦੇ ਨਾਲ, ਕਹਿੰਦੇ ਸਲਾਬਾ ਨਹੀਂ ਆਉਂਦਾ ਤੇ ਮਕਾਨ ਠੰਡਾ ਵੀ ਰਹਿੰਦਾ, ਤੇ ਨਾਲੇ 8 ਇੱਟਾਂ ਦੇ ਬਰਾਬਰ ਇੱਕ ਹੈ ਮੇਰੇ ਖਿਆਲ ਉਹ। ਹਾਂ, ਤੇ ਭਾਅ ਦੇ ਵਿੱਚ ਵੀ ਬਰਾਬਰ ਹੀ ਆ। ਹਾਂਜੀ। ਤੇ ਕਹਿੰਦੇ ਵੀ ਥੋੜਾ ਜਿਹਾ ਵੱਧ ਆ,
114 ਕੇ 15 ਰੁਪਏ ਦੀ ਕਿੱਟ ਪਰ ਪੈਂਦੀ ਆ। ਜਦ ਸਲਾਬੇ ਤੋਂ ਮੁਕਤੀ ਹੋ ਜਾਊਗੀ ਤਾਂ ਫਿਰ ਹੋਰ ਕੀ ਚਾਹੀਦਾ ਟਾਣਾ ਸਾਹਿਬ? ਸਲਾਬੇ ਤੋਂ ਵੱਡੀ ਤਾਂ ਕੋਈ ਹੋਰ ਸਮੱਸਿਆ ਹੀ ਨਹੀਂ ਹੈਗੀ। ਤੇ ਇੱਕ ਗੱਲ ਹੋਰ ਦੱਸਾਂ, ਹਾਂਜੀ। ਤੁਸੀਂ ਬਿਮਾਰ ਹੋ। ਮੈਂ ਬਿਮਾਰ ਹਾਂ ਤੇ ਪਰ ਗੱਲ ਇਹ ਆ ਵੀ ਬਹੁਤ ਸੋਹਣਾ ਥੋੜਾ ਚੱਜ ਦਾ ਵਿਚਾਰ ਸੀਗਾ ਸ਼ੁਕਰੀਆ। ਤੇ ਇੱਟ ਆ ਜਿਹੜੀ ਵੇਖ ਕੇ ਲਾਓ ਘਰ ਦੇ ਵਿੱਚ। ਨਹੀਂ, ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਕਾਮਯਾਬ ਇਨਸਾਨ ਜਿਹੜਾ ਆ ਚਾਹੇ ਕਿਸੇ ਵੀ ਅਹੁਦੇ ਤੇ ਪਹੁੰਚ ਜਾਵੇ, ਜਿੰਨਾ ਮਰਜ਼ੀ ਵੱਡਾ ਅਹੁਦਾ ਹੋਵੇ ਉਹਦਾ, ਜਿੰਨਾ ਮਰਜ਼ੀ ਉੱਚੇ ਰੁਤਬੇ ਦੇ ਉੱਪਰ ਪਹੁੰਚ ਜਾਏ, ਪਰ ਜਦੋਂ ਉਹਨੇ ਕਾਮਯਾਬੀ ਦਾ ਰਾਹ ਚੁਣਿਆ ਹੋਏਗਾ ਸ਼ੁਰੂਆਤ ਤਾਂ ਇੱਕ ਕਦਮ ਤੋਂ ਹੀ ਕੀਤੀ ਹੋਊਗੀ। ਮੈਂ ਬਿਲਕੁਲ ਇੱਕ ਸਹਿਮਤ ਹਾਂ। ਪੈਰ ਹੀ ਬਾਹਰ ਪੱਟਿਆ ਹੋਊਗਾ, ਫੇਰ ਹੀ ਉਹ ਜਾ ਕੇ ਮੰਜ਼ਿਲ ਦੇ ਉੱਪਰ ਪਹੁੰਚਿਆ ਹੋਊਗਾ। ਸੋ ਇਸ ਲਈ ਸ਼ੁਰੂਆਤ ਕਰਨੀ ਪੈਂਦੀ ਹੈ, ਉਸ ਤੋਂ ਬਾਅਦ ਸਭ ਕੁਝ ਹਾਸਲ ਹੋ। ਬਿਲਕੁਲ ਜੀ, ਬੰਦਾ ਮਿਹਨਤ ਕਰੇ ਤੇ ਕਾਮਯਾਬ ਹੋ ਜਾਂਦਾ। ਜਦੋਂ ਬੰਦਾ ਕਾਮਯਾਬ ਹੋ ਗਿਆ ਉਹਦੀ ਇੱਛਾ ਹੁੰਦੀ ਮੈਂ ਘਰ ਸੋਹਣਾ ਜਿਹਾ ਬਣਾਵਾਂ। ਜਦੋਂ ਘਰ ਬਣਾਉਣਾ ਉਦੋਂ ਇੱਟ ਦੀ ਚੰਗੀ ਪਰਖ ਹੋਣੀ ਚਾਹੀਦੀ ਹੈ। ਤੇ ਇੱਟਾਂ ਅੱਜ ਕੱਲ੍ਹ ਸੀਮੈਂਟ ਵਾਲੀਆਂ ਵੀ ਆ ਗਈਆਂ, ਇੱਟਾਂ ਅੱਜ ਕੱਲ੍ਹ ਸੀਮੈਂਟ ਵਾਲੀਆਂ ਵੀ ਆਉਂਦੀਆਂ। ਉਹਨੂੰ ਸਲਾਬਾ ਨਹੀਂ ਗੱਲ ਲੱਗਦਾ। ਉੱਥੇ ਮੁੱਕਦੀ ਨਾ ਆ ਕੇ, ਹਾਂਜੀ ਮੁੱਕ ਕਿਉਂਕਿ ਮਨੁੱਖ ਦੀਆਂ ਲੋੜਾਂ ਦੇ ਵਿੱਚ ਇੱਟ ਜ਼ਰੂਰੀ ਹੈ। ਕਦੀ ਮਾਰਨੀ ਵੀ ਪੈ ਜਾਂਦੀ ਹੈ ਕਿਸੇ ਦੇ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ, ਸਭ ਤੋਂ ਪਹਿਲਾਂ ਆਪਾਂ ਆਮਿਰ ਖਾਨ ਹੋਰਾਂ ਦੀ ਗੱਲ ਆਮਿਰ ਖਾਨ ਕਰਦੇ ਹਾਂ। ਬੰਦਾ ਹੀ ਬਹੁਤ ਚੰਗਾ। ਆਮਿਰ ਖਾਨ ਨੇ ਜਿਹੜੀਆਂ ਫਿਲਮਾਂ ਬਣਾਈਆਂ ਨਾ ਸਿਰਾ ਲਾਤੀਆਂ। ਅੱਛਾ ਉਹਨੇ ਇੱਕ ਮੇਲਾ ਫਿਲਮ ਬਣਾਈ ਸੀ, ਮੈਂ ਬੜੇ ਵਾਰ ਵੇਖੀ। ਅੱਛਾ ਉਹਦੇ ਵਿੱਚ ਗੁਰਜਰ ਹੈ ਇੱਕ, ਅੱਛਾ ਉਹਦੇ ਵਿੱਚ ਗੁੰਡਾ ਉਹ, ਠੀਕ ਆ। ਉਹਦੇ ਵਿੱਚ ਗੁਰਜਰ ਤੰਗ ਕਰਦਾ ਕੁੜੀ ਨੂੰ ਤੇ ਉਹ ਬਾਅਦ ਦੇ ਵਿੱਚ ਟਰੱਕ ਚਲਾਉਂਦਾ ਹੁੰਦਾ ਇਹ ਆਮਿਰ ਖਾਨ, ਅੱਛਾ ਇਹਦਾ ਇੱਕ ਦੋਸਤ। ਬਾਅਦ ਦੇ ਵਿੱਚ ਬਹੁਤ ਨਾਸਾਂ ਭੰਦੇ ਉਹਦੀਆਂ ਉਹ। ਹਾਂ ਹਾਂ। ਵੀ ਮਤਲਬ ਇਹ ਆ ਵੀ ਫਿਲਮਾਂ ਦੇ ਵਿੱਚ ਕਮਾਲ ਹੀ ਕਰ ਦੇਣਾ। ਦੰਗਲ ਫਿਲਮ ਦੇਖ ਲਓ, ਉਹਨੇ ਕੋਕੇ ਹੀ ਜੜ ਤੇ ਦੰਗਲ ਫਿਲਮ ਦੇ ਵਿੱਚ। 3 ਇਡੀਅਟਸ ਕਿੰਨੀ ਤੁਸੀਂ ਅੱਛੀ ਪੀ ਕੇ ਦੇਖ ਲਓ, ਬਹੁਤ ਕਮਾਲ ਦੀ ਫਿਲਮਾਂ, ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਜੀ। 3 ਇਡੀਅਟਸ ਵੇਖ ਲਓ। ਹਾਂਜੀ, ਇਹ ਦੇਖ ਲਓ। ਹਾਂ। ਇੱਕ ਉਹ ਜਿਹੜੀ ਸੀ ਕ੍ਰਿਕਟ ਖੇਡਣ ਵਾਲੀ, ਜੀ ਕਿਹੜੀ? ਉਹ ਜਿਹਦੇ ਵਿੱਚ ਲਗਾਨ। ਹਾਂ, ਜਿਹਦੇ ਚ ਗੋਰਿਆਂ ਨੂੰ ਹਰਾ ਦਿੰਦੇ ਆ। ਜੀ। ਲੋ ਵੀ ਉਹ ਵੀ ਸਿਰੇ ਦੀ ਫਿਲਮ ਆ। ਗਜਨੀ ਵੇਖ ਲਓ। ਤਾਰੇ ਜ਼ਮੀਨ ਪਰ ਦੇਖ ਲਓ। ਹਾਂ। ਬਈ ਉਹਨੇ ਕੋਕੇ ਜੜ ਤੇ। ਬਹੁਤ ਸਲਾਮ ਹੈ ਇਸ ਬੰਦੇ ਨੂੰ। ਇਹ ਬੰਦਾ ਕਦੇ ਵੀ ਬਨੌਟੀ ਗੱਲ ਕਰਦਾ ਨਹੀਂ, ਇਹਨੇ ਕੋਕੇ ਜੜ ਦਿੰਦਾ। ਐ ਨਹੀਂ ਵੀ ਅਕਸ਼ੇ ਕੁਮਾਰ ਨੂੰ ਸਾਲ ਚ 3 ਫਿਲਮਾਂ ਬਣਾਉਂਦਾ, ਹਾਂਜੀ। ਇਹ 3-4 ਸਾਲਾਂ ਚ ਇੱਕ ਬਣਾਉਂਦਾ। ਤਾਂ ਹੀ ਮਿਸਟਰ ਪਰਫੈਕਸ਼ਨਿਸਟ ਕਹਿੰਦੇ ਨੇ। ਆਹ ਹੀ ਆ, ਇਹ ਬਹੁਤ ਮਸ਼ਹੂਰ ਗੱਲ ਹੈ ਇਹ। ਜੀ ਬਿਲਕੁਲ, ਬਹੁਤ ਮਸ਼ਹੂਰ ਹੈ। ਪਰ ਹੁਣ ਉਹਨਾਂ ਦੀ ਫਿਲਮ ਜਿਹੜੀ ਆ ਰਹੀ ਹੈ ਲਾਲ ਸਿੰਘ ਚੱਡਾ, ਉਸ ਫਿਲਮ ਨੂੰ ਲੈ ਕੇ ਬਹੁਤ ਵਿਰੋਧ ਹੋ ਰਿਹਾ। ਕਿਉਂ? ਵਿਰੋਧ ਕਰਨ ਵਾਲਿਆਂ ਦੇ ਕੋਲੇ ਹੋਰ ਕੁਝ ਹੈ ਨਹੀਂਗਾ। ਜੀ। ਉਹ ਕੱਲਾ ਆਹ ਹੀ ਕੁਝ ਕਰ ਸਕਦੇ ਆ। ਉਹਨਾਂ ਦੇ ਪਿੜ ਪੱਲੇ ਕੁਝ ਹੋਰ ਹੈ ਨਹੀਂਗਾ। ਪਰ ਕਾਰਨ ਕੀ ਹੈ ਵਿਰੋਧ ਦਾ? ਐਵੇਂ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਸੀ ਵਿਰੋਧ ਕਦੋਂ ਕਰਦੇ ਆ। ਅੱਛਾ ਕਹਿੰਦੇ ਜੀ ਕਿ ਆਮਿਰ ਖਾਨ ਨੇ ਕਈ ਸਾਲ ਪਹਿਲਾਂ 6-7 ਸਾਲ ਪਹਿਲਾਂ ਇਹ ਗੱਲ ਕਹੀ ਸੀ ਕਿ ਮੈਂ ਤੇ ਮੇਰੇ ਬੱਚੇ ਕਈ ਵਾਰੀ ਘਰ ਵਾਲੀ ਰਾਏ ਕਰਦੇ ਆ ਵੀ ਭਾਰਤ ਦੇ ਵਿੱਚ ਅਸਹਿਣਸ਼ੀਲਤਾ ਬਹੁਤ ਹੈ, ਅਸੀਂ ਦੇਸ਼ ਦੇ ਵਿੱਚੋਂ ਕਿਤੇ ਚਲੇ ਜਾਗੇ, ਹੋਰ ਸ਼ਿਫਟ ਹੋ ਜਾਈਏ। ਸੋ ਉਹ ਪੁਰਾਣੀਆਂ ਗੱਲਾਂ 6-7 ਸਾਲ ਪੁਰਾਣੀਆਂ ਉਹੀ ਟਿੰਡ ਦੇ ਵਿੱਚ ਕਾਨਾ ਪਾ ਕੇ ਫੇਰ ਬਹਿ ਗਏ, ਕਿਉਂਕਿ ਇਹਨਾਂ ਦੇ ਕੋਲੇ 6-7 ਸਾਲ ਪਹਿਲਾਂ ਵੀ ਕੋਈ ਕੰਮ ਨਹੀਂ ਸੀ। ਵਿਰੋਧ ਕਰਨ ਵਾਲਿਆਂ ਦੇ ਕੋਲੇ ਅੱਜ ਵੀ ਕੰਮ ਕੋਈ ਹੈ ਨਹੀਂਗਾ। ਸੋ ਅਸੀਂ ਤਾਂ ਇਸ ਬੰਦੇ ਦਾ ਧੰਨਵਾਦ ਕਰਦੇ ਹਾਂ ਵੀ ਉਹ ਬੰਦਾ ਇੰਨੀ ਮੰਝੇ ਤਰੀਕੇ ਦੇ ਨਾਲ ਫਿਲਮ ਬਣਾ ਕੇ ਆਉਂਦਾ। ਜੀ ਹੁਣ ਵੀ ਪੂਰੀ ਮਿਹਨਤ ਕੀਤੀ ਹੈ ਟਾਣਾ ਸਾਹਿਬ, ਅਸਲ ਦੇ ਵਿੱਚ ਆਪਣੇ ਵਾਲ ਵਧਾਏ ਨੇ, ਅਸਲ ਦੇ ਵਿੱਚ ਕਿਤੇ ਵੀ ਕੋਈ ਨਕਲੀ ਪੁਣਾ ਉਹਨੇ ਵਰਤਿਆ ਨਹੀਂ ਆ। ਔਰ ਇਸ ਫਿਲਮ ਦੀ ਚਰਚਾ ਬਹੁਤ ਜ਼ੋਰਾਂ ਸ਼ੋਰਾਂ ਤੇ ਹੋ ਰਹੀ ਹੈ। ਦੇਖੋ ਇੱਥੇ ਅਕਸ਼ੇ ਕੁਮਾਰ ਵਰਗੇ ਬੰਦੇ ਆ, ਜਦੋਂ ਜੀ ਕਰਦਾ ਭਾਈ ਨਕਲੀ ਦਾੜੀ ਲਾ ਕੇ ਸਰਦਾਰ ਦਾ ਕਿਰਦਾਰ ਨਿਭਾ ਦਿੰਦੇ ਆ, ਜਦੋਂ ਜੀ ਕਰਦਾ ਦਾੜੀ ਲਾ ਕੇ ਪਰੇ ਰੱਖ ਦਿੰਦੇ ਆ। ਪਰ ਇਸ ਬੰਦੇ ਨੇ 4 ਸਾਲਾਂ ਦੇ ਵਿੱਚ ਆਪਦੇ ਕੇਸ ਵਧਾਏ। ਉਹਨੇ ਦਾੜੀ ਆਪਦੀ ਵਧਾਈ, ਕੋਈ ਨਕਲੀ ਨਹੀਂ ਲਾਈ। ਉਹਨੇ ਦਸਤਾਰ ਸਜਾਈ ਆ, ਉਹ ਉਸ ਕਿਰਦਾਰ ਦੇ ਵਿੱਚ ਢਲਿਆ ਤੇ ਇਸ ਕਰਕੇ ਉਹਦੀ ਫਿਲਮ ਦੀ ਚਰਚਾ ਹੋਣੀ ਚਾਹੀਦੀ ਹੈ। ਫਿਲਮ ਚੱਲਦੀ ਹੈ ਜਾਂ ਫਿਲਮ ਨਹੀਂ ਚੱਲਦੀ, ਇਹਦਾ ਉਦੋਂ ਪਤਾ ਲੱਗੂਗਾ ਜਦੋਂ ਇਹ ਫਿਲਮ ਰਿਲੀਜ਼ ਹੋ ਜਾਂਦੀ ਹੈ। ਪਰ ਆਪਾਂ ਪਹਿਲਾਂ ਹੀ ਕਰੀ ਜਾਗੇ ਫਿਲਮ ਦਾ ਬਾਈਕਾਟ ਹੈ, ਫਿਲਮ ਦਾ ਬਾਈਕਾਟ ਹੈ, ਆਪਾਂ ਨੂੰ ਹੋਰ ਕੋਈ ਕੰਮ ਹੈ ਨਹੀਂ। ਲਾਂਗੜ ਚੱਕਦੇ ਜਦੋਂ ਮਰਜ਼ੀ ਕਿਸੇ ਦੇ ਪਿੱਛੇ ਪੈ ਜਾਂਦੇ ਆ। ਗੱਲ ਇਹ ਹੈ ਟਾਣਾ ਸਾਹਿਬ ਕਿ ਸਾਨੂੰ ਸਾਡੇ ਮੁਲਕ ਦੇ ਉੱਪਰ ਮਾਣ ਹੈ, ਅਸੀਂ ਆਪਣੇ ਮੁਲਕ ਨੂੰ, ਆਪਣੀ ਧਰਤੀ ਨੂੰ, ਆਪਣੇ ਦੇਸ਼ ਕੌਮ ਨੂੰ ਪਿਆਰ ਕਰਦੇ ਹਾਂ। ਪਰ ਕਿਸੇ ਦੇ ਵੀ ਨਿੱਜੀ ਵਿਚਾਰ ਕੁਝ ਵੀ ਹੋ ਸਕਦੇ ਨੇ। ਅਸੀਂ ਉਹਦੇ ਉੱਪਰ ਠੀਕ ਹੈ, ਜੇਕਰ ਕੋਈ ਬਹੁਤ ਲੀਹੋਂ ਲੱਥੀ ਗੱਲ ਕਰਦਾ ਉਹਦੇ ਉੱਪਰ ਕਿੰਤੂ ਵੀ ਕਰਨਾ ਚਾਹੀਦਾ ਹੈ। ਪਰ ਜੇਕਰ ਕੋਈ ਆਪਣੇ ਨਿੱਜੀ ਵਿਚਾਰ ਵੈਸੇ ਸਾਂਝੇ ਕਰਦਾ ਤਾਂ ਮੈਨੂੰ ਲੱਗਦਾ ਕਿ ਉਹਨੂੰ ਐਡਾ ਵੱਡਾ ਮੁੱਦਾ ਬਣਾਉਣ ਦੀ ਲੋੜ ਨਹੀਂ ਹੁੰਦੀ ਜਿੰਨਾ ਕਈ ਵਾਰ ਅਸੀਂ ਬਣਾ ਬੈਠਦੇ ਹਾਂ, ਹਨਾ। ਜਿਹੜੇ ਲੋਕਾਂ ਨੂੰ ਇਹ ਲੱਗਦਾ ਵੀ ਭਾਈ ਲਾਲ ਸਿੰਘ ਚੱਡਾ ਨਹੀਂ ਵੇਖਣੀ, ਇਹਦਾ ਬਾਈਕਾਟ ਕਰੋ, ਉਹਨਾਂ ਨੂੰ ਬੇਨਤੀ ਹੈ ਵੀ ਉਹ ਥਲਾਈ ਵੀ ਦੇਖਿਆ ਕਰਨ ਕੰਗਣਾ ਰਣੌਤ ਦੀ। ਉਹ ਦਿਨ 'ਚ 10 ਵਾਰੀ ਵੇਖ ਲਿਆ ਕਰਨ ਜੀ। ਉਹ ਅਕਸ਼ੇ ਕੁਮਾਰ ਦੀ ਫਿਲਮ ਦੇਖਿਆ ਕਰਨ। ਆ ਜਿਹੜੀ ਕਿ ਪ੍ਰਿਥਵੀ ਰਾਜ ਚੌਹਾਨ ਆਈ ਸੀ ਨਾ, ਇਹਨੂੰ ਵਾਰ-ਵਾਰ ਪਿੱਛੇ ਕਰਕੇ ਦੇਖਿਆ ਕਰਨ। ਇਹਨਾਂ ਫਿਲਮਾਂ ਨੇ ਪਾਣੀ ਨਹੀਂ ਮੰਗਿਆ, ਪਰ ਕਿਉਂਕਿ ਇਹ ਸਰਕਾਰੀ ਬੋਲੀ ਬੋਲਣ ਵਾਲੇ ਕਲਾਕਾਰ ਆ, ਇਸ ਕਰਕੇ ਇਹਨਾਂ ਦੀ ਸਿਫਤ ਕਰਦੇ ਆ ਜੀ। ਉਹ ਬੰਦਾ ਨਿਰਪੱਖਤਾ ਦੀ ਗੱਲ ਕਰਦਾ, ਇਸ ਕਰਕੇ ਕਿਸੇ ਨਾ ਕਿਸੇ ਦੇ ਢਿੱਡ ਦੇ ਵਿੱਚ ਪੀੜ ਹੁੰਦੀ ਰਹਿੰਦੀ ਆ। ਜੀ ਜੀ ਜੀ। ਸੋ ਇਸ ਕਰਕੇ ਬੰਦੇ ਨੂੰ ਚੱਜ ਦਾ ਕੰਮ ਕਰ ਲੈਣ ਦਿਆ ਕਰੋ।
ਆਪਾਂ ਆਪ ਤਾਂ ਕੁਝ ਕਰਨਾ ਨਹੀਂ, ਦੂਜੇ ਦੇ ਵੀ ਟੰਗ ਫਸਾਉਣੇ ਵਿੱਚ। ਬਿਲਕੁਲ ਸਹੀ ਹੈ। ਔਰ ਹਰ ਪਾਸੇ ਆਮਿਰ ਖਾਨ ਹੋਰਾਂ ਦੀ ਤਾਰੀਫ ਹੁੰਦੀ ਪਈ ਹੈ ਇਸ ਫਿਲਮ ਨੂੰ ਲੈ ਕੇ। ਔਰ ਮੈਂ ਰਾਣਾ ਰਣਬੀਰ ਹੋਰਾਂ ਦੀ ਵੀ ਇੱਕ ਪੋਸਟ ਪੜ੍ਹ ਰਹੀ ਸੀ ਟਾਣਾ ਸਾਹਿਬ, ਕਿਉਂਕਿ ਉਹਨਾਂ ਨੇ ਪੰਜਾਬੀ ਵਾਲੇ ਜਿਹੜੇ ਸੰਵਾਦ ਨੇ ਉਹਨਾਂ ਨੇ ਲਿਖੇ ਨੇ। ਸੋ ਉਹ ਕਹਿੰਦੇ ਕਿ ਜਦੋਂ ਮੈਂ ਆਮਿਰ ਖਾਨ ਹੋਰਾਂ ਦੇ ਨਾਲ ਮਿਲਿਆ ਪਹਿਲੀ ਵਾਰ, ਜਦੋਂ ਵਰਚੁਅਲ ਤੌਰ ਦੇ ਉੱਪਰ ਯਾਨੀ ਕੰਪਿਊਟਰੀ ਤੌਰ ਤੇ ਜਦੋਂ ਗੱਲਬਾਤ ਕੀਤੀ, ਤਾਂ ਉਹ ਬਹੁਤ ਹੀ ਠਰਮੇ ਵਾਲੇ ਨੇ। ਮੈਂ ਉਹਨਾਂ ਨੂੰ ਮਿਲ ਕੇ ਵੇਖਿਆ ਕਿ ਉਹਨਾਂ ਨੂੰ ਮਿਸਟਰ ਪਰਫੈਕਸ਼ਨਿਸਟ ਕਿਉਂ ਕਹਿੰਦੇ ਨੇ। ਮੈਨੂੰ ਇਹਨਾਂ ਗੱਲਾਂ ਦਾ ਜਵਾਬ ਮਿਲਿਆ। ਉਹ ਬਹੁਤ ਹੀ ਜ਼ਿਆਦਾ ਸੁਹਿਰਦ ਇਨਸਾਨ ਨੇ, ਉਹ ਬਹੁਤ ਹੀ ਸਹਿਨਸ਼ੀਲਤਾ ਵਾਲੇ ਨੇ, ਬਹੁਤ ਹੀ ਅਨੁਸ਼ਾਸਨ ਦੇ ਵਿੱਚ ਰਹਿਣ ਵਾਲੇ ਨੇ, ਔਰ ਬਹੁਤ ਵਧੀਆ ਇਨਸਾਨ ਨੇ। ਇਸ ਕਰਕੇ ਭਾਈ ਫਿਲਮ ਚੱਲਣ ਦਿਓ। ਆਪਾਂ ਸਿਰਫ ਵਿਰੋਧ ਦੇ ਲਈ ਨਹੀਂ ਕਰਨਾ ਵੀ ਆਪਾਂ ਜੰਮੇ ਹੀ ਸਿਰਫ ਵਿਰੋਧ ਕਰਨ ਵਾਸਤੇ ਆ। ਇਹ ਉਹ ਲੋਕ ਆ ਜਿਨ੍ਹਾਂ ਨੇ ਜੰਮਣ ਤੋਂ ਬਾਅਦ ਨਰਸ ਦਾ ਵੀ ਵਿਰੋਧ ਕੀਤਾ ਹੋਣਾ, ਡਾਕਟਰ ਦਾ ਵੀ ਕੀਤਾ ਹੋਣਾ, ਹੋ ਸਕਦਾ ਉਸ ਹਸਪਤਾਲ ਦੇ ਮੂਹਰੇ ਧਰਨਾ ਵੀ ਦੇ ਕੇ ਆਏ ਹੁਣ ਵੀ ਅਸੀਂ ਜੰਮੇ ਕਾਹਤੋਂ ਆ, ਹੁਣ ਇਹ ਫਿਲਮਾਂ ਦਾ ਕਰਨ ਲੱਗ ਪਏ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਜਾਨੀ ਦੇ ਬਾਰੇ ਖਬਰਾਂ ਆ ਰਹੀਆਂ ਜੀ। ਜਾਨੀ ਜਿਹੜਾ ਕਿ ਪੰਜਾਬੀ ਗਾਇਕ ਤੇ ਗੀਤਕਾਰ ਆ, ਉਹਨੇ ਪੰਜਾਬ ਛੱਡਤਾ। ਅੱਛਾ ਜੀ। ਉਹਨੇ ਇਹ ਗੱਲ ਕਹੀ ਹੈ ਜੀ ਕਿ ਮੇਰੀ ਜਾਨ ਨੂੰ ਇੱਥੇ ਖਤਰਾ, ਮੈਂ ਆਪਣੇ ਮਾਪਿਆਂ ਨੂੰ ਪੰਜਾਬੋਂ ਬਾਹਰ ਆ ਜਿਹੜੇ ਉਹ ਕਿਤੇ ਭੇਜ ਦਿੱਤਾ, ਸ਼ਿਫਟ ਕਰ ਦਿੱਤਾ ਕਿਤੇ, ਤੇ ਹੁਣ ਮੈਂ ਵੀ ਚੱਲਿਆ ਕਿਉਂਕਿ ਸਾਡੀ ਜਾਨ ਨੂੰ ਖਤਰਾ ਬਹੁਤ ਵੱਡੇ ਪੱਧਰ ਤੇ ਹੈ। ਉਹਨੇ ਇਹ ਗੱਲ ਕਹੀ ਵੀ ਜਿਸ ਦਿਨ ਦਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਨੂੰ ਲਗਾਤਾਰ ਧਮਕੀਆਂ ਆ ਰਹੀਆਂ, ਕਦੇ ਕੋਈ ਗੱਲ ਕਹਿੰਦੇ, ਕਦੇ ਕੋਈ ਗੱਲ ਕਹਿੰਦੇ, ਕਦੇ ਕੋਈ ਗੱਲ ਕਹਿੰਦੇ ਆ। ਮੇਰੇ ਮੈਨੇਜਰ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ। ਅੱਛਾ ਜੀ। ਉਹਨੇ ਇਹ ਗੱਲ ਕਹੀ ਹੈ ਜੀ ਕਿ ਮੋਹਾਲੀ ਦੇ ਐਸਪੀ ਸਾਹਿਬ ਦੇ ਨਾਲ ਅਸੀਂ ਸੰਪਰਕ ਦੇ ਵਿੱਚ ਵੀ ਰਹੇ ਆ, ਜਿਵੇਂ ਜਿਵੇਂ ਪੁਲਿਸ ਨੇ ਗੱਲ ਕਹੀ ਅਸੀਂ ਉਵੇਂ ਕਬੂਲ ਕਰਦੇ ਰਹੇ ਆ। ਪਰ ਹੁਣ ਜਾਨੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਚਿੱਠੀ ਲਿਖੀ ਹੈ। ਇਹ ਗੱਲ ਕਹੀ ਹੈ ਵੀ ਇਸ ਤਰੀਕੇ ਦੇ ਨਾਲ ਤਾਂ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੀ ਬੜਾ ਔਖਾ। ਅਸੀਂ ਸ਼ੂਟਿੰਗਾਂ ਕਿਵੇਂ ਕਰਗੇ, ਅਸੀਂ ਪ੍ਰੋਗਰਾਮ ਕਿਵੇਂ ਕਰਗੇ, ਤੇ ਸਾਡੀ ਸਿਕਿਉਰਿਟੀ ਦੇ ਵਿੱਚ ਵਾਧਾ ਕੀਤਾ ਜਾਵੇ, ਮੈਨੂੰ ਸਿਕਿਉਰਿਟੀ ਦਿੱਤੀ ਜਾਵੇ। ਉਹਨੇ ਇਸ ਗੱਲ ਦੀ ਮੰਗ ਕੀਤੀ ਹੈ ਜੀ। ਜੀ ਬਿਲਕੁਲ। ਗੱਲ ਇਹ ਹੈ ਟਾਣਾ ਸਾਹਿਬ ਕਿ ਇਸ ਵੇਲੇ ਮਾਹੌਲ ਤਾਂ ਥੋੜਾ ਜਿਹਾ ਤਣਾਅਪੂਰਨ ਬਣਿਆ ਹੋਇਆ ਪੰਜਾਬ ਦਾ। ਜਦੋਂ ਤੋਂ 29 ਮਈ ਲੰਘੀ ਹੈ ਉਸ ਤੋਂ ਬਾਅਦ ਵਿੱਚ ਆਪਾਂ ਹਰ ਰੋਜ਼ ਇਹ ਖਬਰਾਂ ਪੜ੍ਹ ਰਹੇ ਹਾਂ, ਕਦੀ ਕਿਸੇ ਨੂੰ ਫਰੌਤੀ ਲਈ ਫੋਨ ਆ ਗਿਆ, ਕਦੀ ਕਿਸੇ ਦੀ ਜਾਨ ਨੂੰ ਖਤਰਾ ਹੈ, ਕਦੇ ਕੁਛ ਹੋ ਗਿਆ, ਕਦੇ ਕੁਛ ਹੋ ਗਿਆ। ਮਾਹੌਲ ਤਣਾਅਪੂਰਨ ਬਣਿਆ ਹੋਇਆ। ਪਰ ਗੱਲ ਇਹ ਹੈ ਕਿ ਮਸ਼ਹੂਰ ਲੋਕ ਜਿਹੜੇ ਨੇ ਜਾਂ ਜਿਨ੍ਹਾਂ ਦੀ ਥੋੜੀ ਜਿਹੀ ਪੁੱਜਤ ਹੈ, ਪਹੁੰਚ ਹੈ, ਉਹ ਤਾਂ ਸਿਕਿਉਰਿਟੀ ਲੈ ਲੈਣਗੇ, ਹੈ ਨਾ, ਉਹ ਤਾਂ ਪਹੁੰਚ ਕਰ ਲੈਣਗੇ। ਪਰ ਰਹਿਣਾ ਤਾਂ ਆਮ ਇਨਸਾਨ ਨੇ ਵੀ ਹੈ ਇੱਥੇ। ਆਮ ਇਨਸਾਨ ਦੀ ਸੁਰੱਖਿਆ ਯਕੀਨੀ ਕਿਉਂ ਨਹੀਂ ਬਣਾਈ ਜਾ ਰਹੀ? ਇਹ ਸਭ ਤੋਂ ਵੱਡਾ ਸਵਾਲ ਹੈ। ਪੂਰੇ ਪੰਜਾਬ ਦੇ ਵਿੱਚ ਵਸਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਆ। ਇਹ ਨਹੀਂ ਵੀ ਜਿਹੜੇ 500 ਨੇ, 700 ਨੇ, 1000 ਬੰਦੇ ਨੇ ਇਹ ਗੱਲ ਕਹਿਤੀ ਕਿ ਮੇਰੀ ਜਾਨ ਨੂੰ ਖਤਰਾ, ਉਹਨੂੰ ਅਸੀਂ 2-2 4-4 ਗਨਮੈਨ ਦੇ ਦਈਏ ਜੀ। ਇਹ ਤਾਂ ਕੋਈ ਮਸਲੇ ਦਾ ਹੱਲ ਨਹੀਂਗਾ। ਅੱਜ ਤੁਹਾਨੂੰ ਮਿਲ ਗਏ, ਕੱਲ ਨੂੰ ਕੋਈ ਹੋਰ ਕਹੂਗਾ ਜੀ ਕਿ ਮੈਨੂੰ ਵੀ ਗਨਮੈਨ ਚਾਹੀਦੇ ਆ, ਫਿਰ ਕੋਈ ਹੋਰ ਕਹੂਗਾ ਜੀ ਮੇਰੀ ਵੀ ਜਾਨ ਨੂੰ ਖਤਰਾ। ਪੂਰੇ ਪੰਜਾਬ ਦੇ ਵਿੱਚ ਸੁਰੱਖਿਅਤ ਹੋਣਾ ਚਾਹੀਦਾ ਹਰ ਕੁਝ ਜੀ। ਪੂਰੇ ਪੰਜਾਬ ਦੇ ਵਿੱਚ ਰਹਿਣ ਦੇ ਮੌਕੇ ਬੰਦੇ ਦੇ ਅੰਦਰ ਡਰ ਨਹੀਂ ਹੋਣਾ ਚਾਹੀਦਾ ਕਿਸੇ ਕਿਸਮ ਦਾ, ਤੇ ਫਿਰ ਗੱਲ ਬਣਦੀ ਆ। ਵੈਸੇ ਅਸੀਂ ਇਹ ਵੀ ਗੱਲ ਨੂੰ ਮੰਨਦੇ ਆ ਵੀ ਭਾਈ ਕੱਲੇ ਬੰਦੇ ਨੂੰ ਸਿਕਿਉਰਿਟੀ ਕਰਮਚਾਰੀ ਦਿੱਤੇ ਨਹੀਂ ਜਾ ਸਕਦੇ। ਤੁਸੀਂ ਦੇਖੋ ਵੀ ਜੇਕਰ ਇੱਕ ਬੰਦੇ ਨੂੰ 4-4 3-3 ਮੁਲਾਜ਼ਮ ਦੇਣੇ ਸ਼ੁਰੂ ਕਰਤੇ ਤਾਂ ਪੰਜਾਬ ਦੇ ਕੋਲੇ ਨਫਰੀ ਪੁਲਿਸ ਦੀ ਇੰਨੀ ਕਿੱਥੇ ਆ। ਜ਼ਿਆਦਾ ਹੋਵੇ ਪੰਜਾਬ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਬਹੁਤ ਵੱਡੀ ਆ। ਇੱਥੇ ਅੱਧੇ ਤਾਂ ਜਿਹੜੇ ਉਹ ਵੱਖ-ਵੱਖ ਨੇਤਾਵਾਂ ਦੇ ਆਲੇ ਦੁਆਲੇ ਲੱਗੇ ਆ, ਕੁਝ ਕੁ ਥਾਣਿਆਂ ਦੇ ਵਿੱਚ ਆ, ਤੇ ਕੁਝ ਕੁ ਲੋਕਾਂ ਨੂੰ ਖਤਰਾ ਪੈਦਾ ਹੋਣ ਕਰਕੇ ਉਧਰ ਅਸੀਂ ਮੁਹੱਈਆ ਕਰਵਾ ਰਹੇ ਹਾਂ। ਸੋ ਜਾਨੀ ਦੀ ਸਮੱਸਿਆ, ਪੰਜਾਬ ਦੇ ਬਹੁਤ ਸਾਰੇ ਵਪਾਰੀਆਂ ਦੀ ਵੀ ਸਮੱਸਿਆ, ਪੰਜਾਬ ਦੇ ਬਹੁਤ ਸਾਰੇ ਆੜ੍ਹਤੀਆਂ ਦੀ ਵੀ ਸਮੱਸਿਆ। ਤੁਸੀਂ ਦੇਖੋ ਵੀ ਅੰਮ੍ਰਿਤਸਰ ਵੱਲ ਦੇ 8 ਡਾਕਟਰ ਆ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਡੀ ਜਾਨ ਨੂੰ ਖਤਰਾ, ਸਾਨੂੰ ਲਗਾਤਾਰ ਧਮਕੀਆਂ ਦੇ ਫੋਨ ਆ ਰਹੇ ਆ। ਕਦੇ 8 ਲੱਖ ਮੰਗਦੇ, ਕਦੇ 7 ਲੱਖ ਮੰਗਦੇ, ਕਦੇ 5 ਲੱਖ ਮੰਗਦੇ ਆ। ਯਾਨੀ ਕਿ ਜਿਹੜੇ ਵੀ ਬੰਦੇ ਕੋਲੇ 4 ਪੈਸੇ ਆ ਜਾਂ ਜਿਹੜਾ ਵੀ ਬੰਦਾ ਮਸ਼ਹੂਰ ਆ ਉਹਦੇ ਕੋਲੋਂ ਲਗਾਤਾਰ ਪੈਸੇ ਮੰਗੇ ਜਾ ਰਹੇ ਜੀ। ਬਿਲਕੁਲ। ਸੋ ਇਸ ਲਈ ਹਰ ਇੱਕ ਆਮ ਨਾਗਰਿਕ ਦੀ ਵੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ, ਪੁਲਿਸ ਨੂੰ, ਪ੍ਰਸ਼ਾਸਨ ਨੂੰ। ਔਰ ਇਸ ਵੇਲੇ ਸਭ ਤੋਂ ਪਹਿਲਾਂ, ਕਿਉਂਕਿ ਗੱਲ ਇਹ ਹੈ ਟਾਣਾ ਸਾਹਿਬ, ਕੁਝ ਇੱਕ ਮੁੱਦੇ ਇਹੋ ਜਿਹੇ ਨੇ ਜਿਹੜੇ ਮੁੱਦੇ ਪੈਸਿਆਂ ਨਾਲ ਨਹੀਂ ਜੁੜੇ ਹੋਏ ਕਿ ਪੈਸੇ ਆਉਣਗੇ ਖਜ਼ਾਨੇ ਦੇ ਵਿੱਚ ਤੇ ਫਿਰ ਇਹ ਮੁੱਦੇ ਹੱਲ ਹੋਣਗੇ। ਉਹਨਾਂ ਮੁੱਦਿਆਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਜ਼ਰੂਰ ਹੱਲ ਕਰਨਾ ਚਾਹੀਦਾ। ਹਰ ਇੱਕ ਬੰਦਾ ਇੱਕ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈਣੀ ਚਾਹੁੰਦਾ ਹੈ। ਹਰ ਇੱਕ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਤੇ ਮੇਰਾ ਪਰਿਵਾਰ ਸੁਰੱਖਿਅਤ ਰਵੇ। ਹਰ ਇੱਕ ਬੰਦਾ ਇਹ ਚਾਹੁੰਦਾ ਵੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਸੋ ਇਹਦੇ ਲਈ ਸਰਕਾਰਾਂ ਨੂੰ, ਪ੍ਰਸ਼ਾਸਨ ਨੂੰ ਕੰਮ ਕਰਨਾ ਚਾਹੀਦਾ। ਬਿਲਕੁਲ ਜੀ। ਤੇ ਅਗਲੀ ਬੇਨਤੀ ਇਹ ਆ ਵੀ ਕਲਾਕਾਰ ਭਾਈਚਾਰਾ ਜਿਹੜਾ ਉਹ ਵੀ ਇਕੱਠਾ ਹੋਵੇ, ਸਮੂਹਕ ਤੌਰ ਦੇ ਉੱਤੇ ਕੋਈ ਨਾ ਕੋਈ ਗੱਲ ਆਪਦੀ ਸਰਕਾਰ ਦੇ ਮੂਹਰੇ ਰੱਖੇ। ਤੇ ਜਿਹੜੇ ਵੀ ਇਸ ਵੇਲੇ ਨਕਲੀ ਗੈਂਗਸਟਰ ਆ, ਕਿਉਂਕਿ ਗੈਂਗਸਟਰਾਂ ਦਾ ਨਾਂ ਲੈ ਕੇ ਕਦੇ ਕੋਈ ਧਮਕੀ ਦੇਈ ਜਾਂਦਾ, ਕਦੇ ਕੋਈ ਧਮਕੀ ਦੇਈ ਜਾਂਦਾ, ਪਤਾ ਹੀ ਨਹੀਂ ਵੀ ਇਹ ਅਸਲੀ ਗੈਂਗਸਟਰਾਂ ਦੇ ਨਾਲ ਜੁੜੇ ਆ ਜਾਂ ਇਹ ਪੈਸੇ ਕਮਾਉਣ ਦੇ ਲਈ ਆਪ ਮੁਹਾਰੇ ਸਾਰਾ ਕੁਝ ਘੜੀ ਜਾਂਦੇ ਆ। ਸੋ ਇਹਨਾਂ ਲੋਕਾਂ ਨੂੰ ਕਾਬੂ ਕਰਨ ਦੇ ਲਈ ਸਰਕਾਰ ਨੂੰ, ਸਾਈਬਰ ਕ੍ਰਾਈਮ ਸੈੱਲ ਨੂੰ ਕੋਈ ਨਾ ਕੋਈ ਯਤਨ ਕਰਨੇ ਚਾਹੀਦੇ ਆ। ਬਿਲਕੁਲ ਸਹੀ ਹੈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਗੱਲ ਵੀ ਕਰ ਲਈਏ। ਕਹਿੰਦੇ ਆਪਣੇ ਪਿੰਡ ਜਾ ਕੇ ਆਏ ਨੇ। ਬਹੁਤ ਵਧੀਆ ਗੱਲ ਆ ਜੀ। ਪਿੰਡ ਸਭ ਨੂੰ ਜਾਣਾ ਚਾਹੀਦਾ ਜੀ। ਮੈਂ ਤਾਂ ਆਪ ਜਾਣਾ ਅਗਲੇ ਹਫਤੇ।
ਤੁਸੀਂ ਨਹੀਂ ਜਾਣਾ ਕੰਮ ਕਰਕੇ? ਜਾਣਾ। ਹਰ ਬੰਦੇ ਨੂੰ ਪਿੰਡ ਖਿੱਚਦਾ। ਹਾਂਜੀ ਬੰਦੇ ਦੇ ਵਿੱਚੋਂ ਪਿੰਡ ਨਹੀਂ ਕੱਢਿਆ ਜਾ ਸਕਦਾ। ਬਿਲਕੁਲ ਠੀਕ ਹੈ ਨਾ ਵੀ ਪਿੰਡ ਬਹੁਤ ਸਤਿਕਾਰਯੋਗ ਹੁੰਦਾ। ਪਿੰਡ ਹਰ ਕਿਸੇ ਨੂੰ ਪਿਆਰਾ ਹੁੰਦਾ ਤੇ ਪਿੰਡ ਦੇ ਵੱਲ ਭੱਜ ਕੇ ਜਾਓ। ਜਿਹੜੇ ਉੱਥੇ ਬਜ਼ੁਰਗਾਂ ਦਾ ਆਸ਼ੀਰਵਾਦ ਮਿਲਦਾ ਕਿਤੇ ਮਿਲਦਾ ਨਹੀਂ। ਜਿਹੜੇ ਆਪਦਾ ਨੂੰ ਮਿਲ ਕੇ ਮਨ ਨੂੰ ਖੁਸ਼ੀ ਦਾ ਖੇੜਾ ਮਿਲਦਾ ਉਹ ਮਿਲਦਾ ਨਹੀਂ। ਸੋ ਬਹੁਤ ਵਧੀਆ ਗੱਲ ਆ। ਭਗਵੰਤ ਮਾਨ ਸਾਹਿਬ ਵੀ ਪਿੰਡ ਗਏ ਆ, ਚੰਗੀ ਗੱਲ ਆ। ਤੁਸੀਂ ਵੀ ਜਾਓ, ਮੈਂ ਵੀ ਜਾਊਂਗਾ। ਬਸ ਫਿਰ ਇੱਥੇ ਸਮੇਟਦੀ ਹੈ ਸਾਰਾ ਕੁਝ। ਕੀ ਹੋਇਆ? ਨਹੀਂ ਉਦਾਂ ਮਤਲਬ ਪੂਰੀ ਗੱਲ ਤਾਂ ਹੋਈ ਨਹੀਂ ਟਾਣਾ ਸਾਹਿਬ। ਆਪਾਂ ਜਿਹੜਾ ਲੇਖ ਸੁਣਾਉਣਾ ਸੀ 5 ਮਿੰਟਾਂ ਦਾ ਸੁਣਾਤਾ ਕਿ ਪਿੰਡ ਜਾਣਾ ਚਾਹੀਦਾ ਹੈ, ਬੰਦੇ ਦੇ ਅੰਦਰੋਂ ਪਿੰਡ। ਇਹ ਤਾਂ ਗੱਲਾਂ ਸੱਚੀਆਂ ਨੇ। ਬੰਦੇ ਦੇ ਵਿੱਚੋਂ ਪਿੰਡ ਕਦੇ ਵੀ ਨਹੀਂ ਕੱਢਿਆ ਜਾ ਸਕਦਾ। ਮੈਂ ਤੁਹਾਨੂੰ ਦੱਸਦਾ ਵੀ ਸਾਡੇ ਪਿੰਡ ਦੇ ਵਿੱਚ ਬੜਾ ਖੇਡਣਾ ਸੀ। ਅੱਛਾ ਜੀ। ਗਲੀਆਂ ਦੇ ਵਿੱਚ ਭੀੜੀਆਂ ਗਲੀਆਂ ਹਰ ਪਿੰਡ ਦੇ ਵਿੱਚ ਹੁੰਦੀਆਂ ਨੇ ਵੀ ਉਹਨਾਂ ਭੀੜੀਆਂ ਗਲੀਆਂ ਦੇ ਵਿੱਚ ਖੇਡਦੇ ਫਿਰਨਾ। ਹਾਂਜੀ। ਸਾਈਕਲ ਫਸਾ ਕੇ ਖੜ ਜਾਣਾ। ਠੀਕ ਆ, ਫੜੋ ਫੜਾਈ ਉਧਰ ਦੀ ਨਿਕਲ ਜਾਣਾ ਸੀ ਜੀ। ਵੀ ਕਮਾਲਾਂ ਹੀ ਸੀ। ਵਾਕਈ ਆਪਣੀ ਧਰਤੀ ਤਾਂ ਖਿੱਚਦੀ ਹੈ, ਆਪਣੀ ਮਿੱਟੀ ਆਵਾਜ਼ਾਂ ਜ਼ਰੂਰ ਮਾਰਦੀ ਹੈ। ਪਰ ਗੱਲ ਇਹ ਹੈ, ਸਤੌਜ ਗਏ ਸੀ ਮੁੱਖ ਮੰਤਰੀ ਸਾਹਿਬ ਆਪਣੀ ਨਵੀਂ ਵਿਆਹੀ ਵਹੁਟੀ ਦੇ ਨਾਲ ਉਹਨਾਂ ਦੇ ਸਾਰੇ ਪਰਿਵਾਰਕ ਜੀਅ ਵੀ ਸੀ। ਉੱਥੇ ਤੱਕ ਨਾਤਾਂ, ਟੈਂਟ, ਮਤਲਬ ਢੋਲ ਢਮੱਕਾ ਕਈ ਕੁਛ ਹੋਇਆ ਉੱਥੇ। ਨਹੀਂ ਬਹੁਤ ਵਧੀਆ ਗੱਲ ਆ। ਦੇਖੋ ਵਿਆਹ ਤੋਂ ਬਾਅਦ ਪਹਿਲੀ ਵਾਰ ਗਏ ਆ। ਹਾਂਜੀ। ਜਿਹੜੀ ਡਾਕਟਰ ਗੁਰਪ੍ਰੀਤ ਕੌਰ ਆ, ਹਾਂਜੀ, ਉਹ ਪਹਿਲੀ ਵਾਰ ਆਪਦੇ ਸਹੁਰੇ ਪਿੰਡ ਗਈ ਆ ਤੇ ਬੜੀ ਖੁਸ਼ੀ ਦਾ ਮੌਕਾ ਸੀਗਾ। ਪਿੰਡ ਵਾਲਿਆਂ ਨੇ, ਔਰਤਾਂ ਨੇ, ਬੰਦਿਆਂ ਨੇ ਸ਼ਗਨ ਦਿੱਤਾ। ਉਹਨਾਂ ਨੇ ਸ਼ਗਨਾਂ ਦੇ ਗੀਤ ਗਾਏ ਆ। ਬੜੀ ਖੁਸ਼ੀ ਦਾ ਮੌਕਾ ਸੀਗਾ। ਤੇ ਭਗਵੰਤ ਮਾਨ ਨੇ ਇੱਥੇ ਗੱਲ ਬਹੁਤ ਸੋਹਣੀ ਕਹੀ ਆ ਤੇ ਇਸ ਗੱਲ ਦੇ ਵੱਲ ਸਭ ਨੂੰ ਗੌਰ ਕਰਨੀ ਚਾਹੀਦੀ ਆ। ਉਹਨੇ ਇਹ ਗੱਲ ਆਖੀ ਆ ਕਿ ਸਾਨੂੰ ਪੰਜਾਬੀ ਲੋਕਾਂ ਨੂੰ ਵਿਆਹਾਂ ਦੇ ਉੱਤੇ ਤੇ ਮਰਨਿਆਂ ਦੇ ਉੱਤੇ ਖਰਚੇ ਘਟਾਉਣੇ ਚਾਹੀਦੇ ਆ। ਬਿਲਕੁਲ। ਸਾਨੂੰ ਸਾਦੇ ਵਿਆਹ ਕਰਨੇ ਚਾਹੀਦੇ ਆ। 40-40, 50-50, 60-60 ਲੱਖ ਰੁਪਈਆ ਅਸੀਂ ਵਿਆਹਾਂ ਦੇ ਉੱਤੇ ਫੂਕ ਦਿੰਦੇ ਆ। ਕਿਰਪਾ ਕਰਕੇ ਇਹ ਕੁਝ ਨਾ ਕੀਤਾ ਜਾਵੇ। ਫਿਰ ਇਹ ਗੱਲ ਕਹੀ ਆ ਵੀ ਕਈ ਵਾਰੀ ਆਪਾਂ ਕੋਈ ਹੋਰ ਪ੍ਰੋਗਰਾਮ ਕਰਦੇ, ਕੋਈ ਜਨਮ ਦਿਨ ਦੀ ਪਾਰਟੀ ਕਰਦੇ ਆ, ਕੋਈ ਹੋਰ ਕਿਸੇ ਦੀ ਮੌਤ ਹੋ ਗਈ ਆ, ਉਦੋਂ ਅਸੀਂ ਭੋਗ ਪਾਉਂਦੇ ਆ। ਉਦੋਂ ਵੀ ਸਾਦਗੀ ਵਾਲੇ ਪ੍ਰੋਗਰਾਮ ਕਰਨੇ ਚਾਹੀਦੇ ਆ, ਨਾ ਕਿ ਕਰਜ਼ਾ ਚੱਕ ਕੇ ਅਸੀਂ ਕਹੀਏ ਵੀ ਭਾਈ ਨੱਕ ਦਾ ਮਸਲਾ ਹੱਲ ਕਰਨਾ। ਫਿਰ ਸਾਡਾ ਫਿਕਰ ਵੱਧ ਜਾਂਦਾ। ਫਿਰ ਜਿਹੜੀ ਸਾਡੀ ਇਹ ਚਿੰਤਾ, ਇਹ ਚਿਤਾ ਦੇ ਬਰਾਬਰ ਹੋ ਜਾਂਦੀ ਹੈ। ਸੋ ਚਿੰਤਾ ਨੂੰ ਅਸੀਂ ਚਿਤਾ ਨਾ ਬਣ ਦੇਈਏ ਤੇ ਚਿੰਤਾ ਨੂੰ ਅਸੀਂ ਪੈਦਾ ਹੀ ਨਾ ਹੋਣ ਦੇਈਏ। ਇਸ ਕਰਕੇ ਆਪਣੇ ਖਰਚੇ ਘਟਾ ਕੇ ਤੇ ਨਿੱਜੀ ਸਮਾਗਮ ਫੇਰ ਕਰਗੇ। ਬਿਲਕੁਲ ਇਹ ਗੱਲਾਂ ਬਿਲਕੁਲ ਸਹੀ ਨੇ ਜੀ। ਆਪਾਂ ਦੇਖਦੇ ਹੀ ਆ ਟਾਣਾ ਸਾਹਿਬ ਬਹੁਤ ਵਾਰ ਖਬਰਾਂ ਇਹੋ ਜਿਹੀਆਂ ਸਾਹਮਣੇ ਆਉਂਦੀਆਂ ਨੇ ਕਿ ਪਹਿਲਾਂ ਬੰਦਾ ਨੱਕ ਦੇ ਚੱਕਰ ਦੇ ਵਿੱਚ ਇੰਨਾ ਕਰਜ਼ਾ ਚੁੱਕ ਬੈਠਦਾ, ਇੰਨਾ ਆਪਣੇ ਸਿਰ ਦੇ ਉੱਪਰ ਕਰਜ਼ਾ ਚੜਾ ਲੈਂਦਾ ਤੇ ਬਾਅਦ ਦੇ ਵਿੱਚ ਜਦੋਂ ਉਹਨੂੰ ਕੋਈ ਰਾਹ ਰਸਤਾ ਨਹੀਂ ਲੱਭਦਾ ਤੇ ਫਿਰ ਉਹਦੇ ਪੱਲੇ ਸਿਰਫ ਰੋਣਾ ਰਹਿ ਜਾਂਦਾ, ਕਿਉਂਕਿ ਫਿਰ ਪਤਾ ਨਹੀਂ ਹੁੰਦਾ ਵੀ ਇਸ ਕਰਜ਼ੇ ਨੂੰ ਲੈ ਤਾਂ ਲਿਆ। ਪੈਸਾ ਲੈਣਾ ਬੜਾ ਸੌਖਾ ਹੁੰਦਾ, ਕਰਜ਼ਾ ਲੈਣਾ ਬਹੁਤ ਸੌਖਾ, ਪਰ ਲਾਉਣਾ ਉਸ ਤੋਂ ਵੀ ਕਿਤੇ ਜ਼ਿਆਦਾ ਔਖਾ ਹੁੰਦਾ ਹੈ ਨਾ। ਬਾਅਦ ਚ ਬੰਦੇ ਨੂੰ ਫਿਰ ਰਸਤਾ ਨਹੀਂ ਲੱਭਦਾ ਕਿ ਇਹਨੂੰ ਮੈਂ ਉਤਾਰਾਂ ਕਿਵੇਂ। ਮੇਰੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਭੈਣਾਂ ਭਰਾਵਾਂ ਨੂੰ ਬੇਨਤੀ ਆ ਵੀ ਤੁਸੀਂ ਪੰਜਾਬ ਦੇ ਵਿੱਚ ਆ ਕੇ ਵਿਆਹ ਕਰਦੇ ਹੋ, ਆਪਣੇ ਧੀ ਪੁੱਤ ਦਾ ਕਰਦੇ ਹੋ, ਭੈਣ ਭਾਈ ਦਾ ਕਰਦੇ ਹੋ, ਦੋਸਤ ਮਿੱਤਰ ਦੇ ਵਿਆਹ 'ਚ ਜਾਂਦੇ ਹੋ, ਉਹਨੂੰ ਵੱਧ ਤੋਂ ਵੱਧ ਸਾਦਾ ਰੱਖਣ ਦੀ ਕੋਸ਼ਿਸ਼ ਕਰੋ। ਤੁਹਾਡੇ ਤਾਂ $1 ਦੇ ਇਧਰ 57-58 ਰੁਪਏ ਬਣ ਜਾਂਦੇ ਆ। ਤੁਹਾਡੇ ਇੱਕ ਅਮਰੀਕੀ ਡਾਲਰ ਦੇ ਹੋ ਸਕਦਾ ਵੀ ਇਧਰ 75-78 ਰੁਪਏ ਬਣ ਜਾਂਦੇ ਆ। ਤੁਹਾਨੂੰ ਉਨੀਆਂ ਗੱਲਾਂ ਸ਼ਾਇਦ ਨਾ ਚੁੱਭਦੀਆਂ ਹੋਣ, ਪਰ ਤੁਹਾਨੂੰ ਦੇਖ ਕੇ ਇੱਥੋਂ ਵਾਲੇ ਬਹੁਤ ਸਾਰੇ ਜਿਹੜੇ ਉਹ ਕਹਿੰਦੇ ਨੇ ਲੈ ਮੈਂ ਕਿਹੜਾ ਘੱਟ ਆ, ਮੈਂ ਤਾਂ ਆਪ ਆਏ ਕਰੂੰਗਾ। ਤੁਸੀਂ ਇੱਕ ਨਵੀਂ ਪਿਰਤ ਪਾਓ ਇੱਥੇ ਆ ਕੇ ਵੀ ਭਾਈ ਸਾਦੇ ਵਿਆਹ ਕਰਨੇ ਆ ਜੀ, ਅਸੀਂ ਸਾਦੇ ਵਿਆਹਾਂ ਦੇ ਵਿੱਚ ਹੀ ਜਾਣਾ। ਜੇਕਰ ਤੁਹਾਡੀ ਕੋਈ ਰਾਏ ਲੈਂਦਾ ਤੁਸੀਂ ਇਹ ਗੱਲ ਕਿਹਾ ਕਰੋ ਵੀ ਆਪਾਂ ਤਾਂ ਚੁੰਨੀ ਚੜਾਉਣ ਵਾਲੇ ਪਾਸੇ ਆ, ਆਪਾਂ ਨਹੀਂ ਕੋਈ ਸ਼ੰਗਣ ਮੰਗਣ ਵਾਲੇ ਪਾਸੇ। ਕਿਉਂਕਿ ਜਿੰਨੇ ਸੋਹਣੇ ਤੁਸੀਂ ਦੇਸ਼ ਵੇਖਦੇ ਹੋ, ਜਿੰਨੇ ਸੋਹਣੇ ਪ੍ਰਮਾਣ ਤੁਸੀਂ ਦੇਖਦੇ ਹੋ, ਤੇ ਤੁਹਾਡੀ ਤਾਂ ਨਕਲ ਅਸੀਂ ਕਰਨੀ ਆ ਤੇ ਅਸੀਂ ਕਰਦੇ ਵੀ ਨਕਲੀ ਹੁੰਨੇ ਆ। ਸੋ ਇਸ ਕਰਕੇ ਕਿਰਪਾ ਕਰਕੇ ਤੁਸੀਂ ਥੋੜਾ ਜਿਹਾ ਅੱਗੇ ਲੱਗੋ ਸਾਨੂੰ ਸੁਧਾਰਨ ਦੇ ਲਈ। ਨਾਲੇ ਗੱਲ ਇਹ ਵੀ ਹੈ ਨਾ ਟਾਣਾ ਸਾਹਿਬ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਵੀ ਤੁਸੀਂ ਵੀ ਉਧਰ ਦਿਨ ਰਾਤ ਇੱਕ ਕਰਕੇ ਹੀ ਡਾਲਰ ਕਮਾਉਂਦੇ ਹੋ, ਕੋਈ ਰੁੱਖਾਂ ਨਾਲੋਂ ਨਹੀਂ ਝਾੜਦੇ ਹੈਗੇ। ਨਾ ਤੁਸੀਂ ਦਿਨ ਵੇਖਦੇ ਹੋ ਨਾ ਰਾਤ ਵੇਖਦੇ ਹੋ, ਘੰਟਿਆਂ ਬੱਧੀ ਤੁਸੀਂ ਕੰਮ ਦੇ ਉੱਤੇ ਲੱਗੇ ਰਹਿੰਦੇ ਹੋ, ਖੜੀ ਲੱਤੇ ਤੁਸੀਂ ਕੰਮ ਕਰਦੇ ਹੋ। ਪਰ ਸਾਡੇ ਇੱਧਰਲੇ ਜਿਹੜੇ ਨੇ ਕੁਝ ਕੁ, ਸਾਰੇ ਤਾਂ ਨਹੀਂ, ਕੁਝ ਕੁ ਲੋਕ ਇਹੋ ਜਿਹੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਲੈ ਜੇ ਇਹ ਕਰ ਸਕਦਾ ਉਧਰੋਂ ਆ ਕੇ ਤਾਂ ਆਪਾਂ ਕਿਉਂ ਨਹੀਂ ਕਰ ਸਕਦੇ। ਫਿਰ ਆਪਾਂ ਮਗਰ ਲੱਗ ਕੇ ਸਾਨੂੰ ਉਹ ਮਿਹਨਤ ਜਿਹੜੀ ਪਿਛਲੀ ਹੈ ਉਹ ਨਹੀਂ ਦਿਸਦੀ ਵੀ ਬੰਦੇ ਨੇ ਕਿੰਨੀ ਮਿਹਨਤ ਕਰਕੇ ਸਾਰਾ ਕੁਝ ਕਮਾਇਆ। ਸਾਨੂੰ ਸਿਰਫ ਇਹ ਦਿਸਦਾ ਵੀ ਲੈ ਜੇ ਇਹ ਲਾ ਸਕਦਾ ਮੈਂ ਕਿਉਂ ਨਾ ਲਾਉਂਗਾ, ਮੈਂ ਇਸ ਤੋਂ ਵੱਧ ਲਾਉਂਗਾ, ਹੈ ਨਾ। ਸੋ ਇਸ ਚੱਕਰ ਦੇ ਵਿੱਚ, ਨੱਕ ਦੇ ਚੱਕਰ ਦੇ ਵਿੱਚ, ਦੂਜੇ ਨੂੰ ਨੀਵਾਂ ਦਿਖਾਉਣ ਦੇ ਚੱਕਰ ਦੇ ਵਿੱਚ ਆਪਾਂ ਆਪਣਾ ਝੁੱਗਾ ਕਦੋਂ ਚੌੜ ਕਰ ਬੈਠਦੇ ਹਾਂ, ਕਦੋਂ ਅਸੀਂ ਆਪਣਾ ਸਾਰਾ ਕੁਝ ਗਵਾ ਬੈਠਦੇ ਹਾਂ, ਸਾਨੂੰ ਆਪ ਨੂੰ ਨਹੀਂ ਕਈ ਵਾਰ ਪਤਾ ਲੱਗਦਾ। ਬਿਲਕੁਲ ਸਹੀ ਗੱਲ ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਨਾਲ ਨੇ ਹਰਮਨ ਸਿੰਘ ਜੀ। ਤੇ ਹੁਣ ਆਪਾਂ ਟਹਿਣਾ ਸਾਹਿਬ ਇੱਕ ਵਾਰ ਫਿਰ ਤੋਂ ਫਰੀਦਕੋਟ ਦੀ ਗੱਲ ਕਰ ਲਈਏ। ਫਰੀਦਕੋਟ ਮੇਰਾ ਆਪਣਾ ਜ਼ਿਲ੍ਹਾ ਜੀ। ਇਹ ਨਾ ਜ਼ਿਲ੍ਹਾ ਬੜਾ ਵੱਡਾ ਹੁੰਦਾ ਸੀ। ਜਦੋਂ ਹਰਚਰਨ ਸਿੰਘ ਬਰਾੜ ਹੋਰੀ ਪੰਜਾਬ ਦੇ ਮੁੱਖ ਮੰਤਰੀ ਬਣੇ, ਉਹਨਾਂ ਨੇ 3 ਹਿੱਸਿਆਂ ਦੇ ਵਿੱਚ ਵੰਡਤਾ ਜੀ। ਫਰੀਦਕੋਟ ਦੇ ਵਿੱਚੋਂ ਮੋਗਾ ਕੱਢਤਾ,
ਫਰੀਦਕੋਟ ਦੇ ਵਿੱਚੋਂ ਮੁਕਤਸਰ ਸਾਹਿਬ ਨਿਕਲਿਆ ਹਾਂਜੀ ਤੇ ਜ਼ਿਲ੍ਹਾ ਛੋਟੀ ਜਿਹੀ ਜ਼ਿਲ੍ਹੀ ਬਣਾ ਕੇ ਰੱਖ ਦਿੱਤਾ। ਸੋ ਇਹ ਵੀ ਜਦੋਂ ਇਹ ਜ਼ਿਲ੍ਹਾ ਬਹੁਤ ਵੱਡਾ ਹੁੰਦਾ ਸੀ ਉਦੋਂ ਗੱਲਾਂ ਹੀ ਹੋਰ ਹੁੰਦੀਆਂ ਸੀ। ਬਿਲਕੁਲ ਸਹੀ ਹੈ। ਗੱਲ ਇਹ ਵੀ ਜ਼ਿਲ੍ਹੇ ਵੱਡੇ ਛੋਟੇ ਕਰਤੇ ਆ ਦੇਖੋ ਜੀ, ਪਹਿਲਾਂ ਸੰਗਰੂਰ ਜ਼ਿਲ੍ਹਾ ਕਿੱਡਾ ਹੁੰਦਾ ਸੀ, ਉਹ ਵੀ ਛੋਟਾ ਜਿਹਾ ਰਹਿ ਗਿਆ। ਇਦਾਂ ਦੀਆਂ ਗੱਲਾਂ ਬਾਤਾਂ ਕੀ ਕਰੀਏ। ਬਿਲਕੁਲ, ਪਰ ਜਿਹੜੇ ਮੁੱਦੇ ਦੀ ਮੈਂ ਗੱਲ ਕਰਨੀ ਸੀ ਉਹਦੇ ਤੇ ਆਈਏ ਆਪਾਂ ਜੀ। ਤੁਸੀਂ ਠੀਕ ਨਹੀਂ ਹੋ ਟਣਾ ਸਾਹਿਬ, ਪਤਾ ਤੁਹਾਨੂੰ? ਵੈਸੇ ਬੁਖਾਰ ਹੈ, ਤੁਹਾਨੂੰ ਘੱਟ ਬੋਲਣਾ ਚਾਹੀਦਾ। ਠੀਕ ਆ। ਹਾਂਜੀ, ਪਰ ਆਪਾਂ ਗੱਲ ਕਰਨੀ ਸੀ ਕਿ ਅੱਜ ਕੱਲ ਫਰੀਦਕੋਟ ਕਿਉਂ ਸੁਰਖੀਆਂ ਦੇ ਵਿੱਚ ਹੈ। ਅੱਜ ਕੱਲ ਇਸ ਲਈ ਸੁਰਖੀਆਂ ਦੇ ਵਿੱਚ ਹੈ ਕਿ ਜੋ ਕੁਝ ਹੋਇਆ ਪਿਛਲੇ ਦਿਨੀ, ਸਿਹਤ ਮੰਤਰੀ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਵੀਸੀ ਸਾਹਿਬ ਨੂੰ ਕਿਹਾ ਵੀ ਗੱਦੇ ਦੇ ਉੱਪਰ ਲੰਮੇ ਪੈ ਕੇ ਦਿਖਾਓ, ਤੇ ਉਸ ਤੋਂ ਬਾਅਦ ਸਾਰਾ ਰੌਲਾ ਜਿਹੜਾ ਵੱਧ ਗਿਆ। ਉਸ ਤੋਂ ਬਾਅਦ ਵਿੱਚ ਹਰ ਰੋਜ਼ ਫਰੀਦਕੋਟ ਨਾਲ ਜੁੜੀਆਂ ਹੋਈਆਂ ਖਬਰਾਂ, ਉਸ ਮੈਡੀਕਲ ਕਾਲਜ ਨਾਲ ਜੁੜੀਆਂ ਹੋਈਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਪਈਆਂ ਨੇ। ਤੇ ਹੁਣ ਤਾਂ ਕੁਝ ਅੰਕੜੇ ਸਾਹਮਣੇ ਆਏ ਟਣਾ ਸਾਹਿਬ, ਉਹਨਾਂ ਨੇ ਹੈਰਾਨ ਕਰਤਾ। ਮੈਂ ਦਵਾਈ ਲੈਣ ਚਲਾ ਗਿਆ, ਅੱਛਾ ਜੀ, ਤੇ ਡਾਕਟਰ ਮੈਨੂੰ ਕਹਿੰਦਾ ਵੀ ਇੱਥੇ ਲੰਮੇ ਪਾਓ। ਮੈਂ ਕਿਹਾ ਵੀਸੀ ਨਾ ਸਮਝ ਲਈ। ਚਲੋ ਕੋਈ ਗੱਲ ਨਹੀਂ, ਪਰ ਅੰਕੜੇ ਜਿਹੜੇ ਨੇ ਉਹ ਬਹੁਤ ਸ਼ਰਮਸਾਰ ਕਰਨ ਵਾਲੇ ਨੇ। ਟਣਾ ਸਾਹਿਬ ਕਹਿੰਦੇ ਕਿ ਹਾਲੇ ਤੱਕ ਜੇ ਅੱਜ ਦੇ ਦਿਨ ਦੀ ਆਪਾਂ ਗੱਲ ਕਰੀਏ ਨਾ, ਮੌਜੂਦਾ ਸਥਿਤੀ ਬਹੁਤ ਖਰਾਬ ਹੈ। ਉੱਥੇ ਗੱਦੇ ਅਜੇ ਵੀ ਫਟੇ ਹੋਏ ਨੇ ਬਹੁਤ ਸਾਰੇ ਵਾਰਡਾਂ ਦੇ ਵਿੱਚ। ਉਸ ਬਾਅਦ ਜੇ ਆਪਾਂ ਸਭ ਤੋਂ ਪਹਿਲਾਂ ਆਰਥੋ ਵਾਰਡ ਦੀ ਗੱਲ ਕਰ ਲਈਏ, ਉੱਥੋਂ ਦੇ ਪੱਖੇ ਸੜੇ ਹੋਏ ਨੇ, ਮਰੀਜ਼ ਵਿਚਾਰੇ ਇੱਦਾਂ ਹੀ ਗਰਮੀ ਦੇ ਵਿੱਚ ਬੇਹਾਲ ਨੇ। ਮੈਡੀਸਨ ਵਾਰਡ ਦੇ ਵਿੱਚ ਗੰਦੇ ਗੁਸਲਖਾਨੇ ਨੇ, ਟੂਟੀਆਂ ਤੱਕ ਟੁੱਟੀਆਂ ਪਈਆਂ ਨੇ। ਉਸ ਤੋਂ ਬਾਅਦ ਈਐਨਟੀ ਵਾਰਡ ਦੇ ਵਿੱਚ ਕਈ ਬੈੱਡ ਟੁੱਟੇ ਪਏ ਨੇ। ਸਰਜੀਕਲ ਵਾਰਡ ਦੇ ਵਿੱਚ ਜਿਹੜੇ ਦਰਵਾਜ਼ੇ ਖਿੜਕੀਆਂ ਉਹ ਟੁੱਟੇ ਭੱਜੇ ਪਏ ਨੇ, ਕਿਸੇ ਦਾ ਖਿਆਲ ਨਹੀਂ ਉਹ ਉਸ ਵਾਲੇ ਪਾਸੇ। ਤੇ ਉਸ ਤੋਂ ਬਾਅਦ ਸਕਿਨ ਵਾਰਡ ਦੇ ਵਿੱਚ ਕਹਿੰਦੇ ਵੀ ਜਿਹੜੇ ਬੈੱਡ, ਚਾਦਰਾਂ, ਗੱਦੇ, ਇੰਨਾ ਜ਼ਿਆਦਾ ਬੁਰਾ ਹਾਲ ਆ ਵੀ ਪੁੱਛੋ ਹੀ ਕੁਛ ਨਾ। ਸਿਰਫ ਤੇ ਸਿਰਫ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਵਿੱਚ ਜਿਹੜਾ ਕੈਂਸਰ ਵਾਲਾ ਵਿਭਾਗ ਆ, ਉਹਦਾ ਹਾਲ ਚੰਗਾ ਵੀ ਉਹਦੇ ਵਿੱਚ ਕਮੀ ਕੋਈ ਹੈ ਨਹੀਂਗੀ, ਤੇ ਬਾਕੀ ਸਾਰੇ ਵਿਭਾਗਾਂ ਦੇ ਵਿੱਚ ਘੱਟ ਜਾਂ ਵੱਧ ਕਮੀਆਂ ਹੀ ਕਮੀਆਂ। ਸੋ ਗੱਲ ਇਹ ਹੈ ਜੀ ਕਿ ਜੇਕਰ ਗੱਦੇ ਅੱਜ ਮੰਗਦੇ ਆ ਤਾਂ ਗੱਦੇ ਆਉਂਦੇ 5 ਸਾਲਾਂ ਬਾਅਦ। ਜੇ ਚਾਦਰਾਂ ਅੱਜ ਮੰਗਦੇ ਤੇ ਕਈ ਵਰਿਆਂ ਬਾਅਦ ਚਾਦਰਾਂ ਮਿਲਦੀਆਂ। ਉੱਥੋਂ ਦੀ ਨਾ ਇੱਕ ਨਰਸ ਆ, ਉਹਨੇ ਇਹ ਗੱਲ ਕਹੀ ਜੀ ਕਿ 15 ਸਾਲ ਤੋਂ ਮੈਂ ਇਸ ਵਿਭਾਗ ਦੇ ਵਿੱਚ ਨੌਕਰੀ ਕਰ ਰਹੀ ਹਾਂ। ਅੱਛਾ ਜੀ। 15 ਸਾਲਾਂ ਦੇ ਵਿੱਚ ਅਸੀਂ ਗੱਦੇ ਆਏ ਨਹੀਂ ਵੇਖੇ। ਓਹੋ। ਕੁਝ ਕੁ ਸਾਲ ਪਹਿਲਾਂ 10 ਗੱਦੇ ਆਏ ਸੀ, ਚਾਹੀਦੇ ਸੈਂਕੜੇ ਦੀ ਗਿਣਤੀ ਦੇ ਵਿੱਚ ਆ, ਪਰ ਗੱਦੇ ਆਏ 10। ਉਹ ਕਹਿੰਦੇ ਵੀ ਜੋ ਅਸੀਂ ਮੰਗਦੇ ਆ ਅਸੀਂ ਆਪਦੀ ਮੈਨੇਜਮੈਂਟ ਨੂੰ ਕਹਿੰਦੇ ਆ, ਮੈਨੇਜਮੈਂਟ ਕਹਿੰਦੀ ਜੀ ਕਿ ਅਸੀਂ ਅੱਗੇ ਪ੍ਰਪੋਜ਼ਲ ਭੇਜਤੀ ਆ, ਪਰ ਆਉਂਦਾ ਹੀ ਕੁਝ ਨਹੀਂ ਇੱਥੇ। ਸਿਹਤ ਵਿਭਾਗ ਦਾ ਕੰਮ ਕੀ ਹੁੰਦਾ ਵੀ ਭਾਈ ਬਜਟ ਜਾਰੀ ਕਰਨਾ, ਪਰ ਜੇ ਕਰੋੜ ਰੁਪਈਆ ਚਾਹੀਦਾ ਭੇਜਦੇ 10 ਲੱਖ ਰੁਪਈਆ, ਮੰਗਦੇ 70 ਲੱਖ ਰੁਪਈਆ ਭੇਜਦੇ 8 ਲੱਖ ਰੁਪਈਆ। ਉਹ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਕੰਮਕਾਜ ਕਿਵੇਂ ਚੱਲਣਗੇ। ਬਿਲਕੁਲ, ਸਵਾਲ ਤਾਂ ਬਹੁਤ ਵੱਡੇ ਨੇ। ਗੱਲ ਤਾਂ ਉਹੀ ਹੈ ਟਣਾ ਸਾਹਿਬ, ਆਪਾਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਜੇਕਰ ਹਸਪਤਾਲ ਅੱਗੇ ਸਰਕਾਰ ਨੂੰ ਕਹਿੰਦਾ ਹੈ ਕਿ ਦੇਖੋ ਜੀ ਸਾਨੂੰ ਇਹ ਸਹੂਲਤਾਂ ਚਾਹੀਦੀਆਂ ਨੇ, ਸਾਡੇ ਪੱਖੇ ਸੜੇ ਹੋਏ ਨੇ, ਗੱਦੇ ਗੰਦੇ ਨੇ, ਚਾਦਰਾਂ ਸਾਨੂੰ ਚਾਹੀਦੀਆਂ ਨੇ, ਮਰੀਜ਼ ਇੱਥੇ ਠੀਕ ਹੋਣ ਦੇ ਲਈ ਆਉਂਦੇ ਨੇ, ਬਿਮਾਰ ਹੋਣ ਦੇ ਲਈ ਨਹੀਂ। ਤੁਸੀਂ ਸਾਡੀਆਂ ਸਹੂਲਤਾਂ ਵੱਲ ਵੀ ਖਿਆਲ ਕਰੋ, ਤੁਸੀਂ ਮਰੀਜ਼ਾਂ ਨੂੰ ਜੋ ਜੋ ਚੀਜ਼ਾਂ ਚਾਹੀਦੀਆਂ ਨੇ ਉਹਨਾਂ ਵੱਲ ਵੀ ਖਿਆਲ ਕਰੋ। ਦੇਖੋ ਫਿਰ ਤਾਂ ਹਸਪਤਾਲ ਜਿਹੜਾ ਉਹ ਸਹੀ ਆਪਣੀ ਥਾਂ ਤੇ, ਪਰ ਜੇ ਹਸਪਤਾਲ ਅੱਗੇ ਤੱਕ ਗੱਲ ਹੀ ਨਹੀਂ ਪਹੁੰਚਾਊਗਾ ਤੇ ਫਿਰ ਉਹਦੇ ਲਈ ਵੀ ਤੁਸੀਂ ਕਿਸੇ ਨੂੰ ਕਸੂਰਵਾਰ ਨਹੀਂ ਠਹਿਰਾ ਸਕਦੇ। ਬਿਲਕੁਲ ਜੀ। ਤੇ ਉਸ ਤੋਂ ਅਗਲੀ ਗੱਲ ਇਹ ਹੈ ਵੀ ਡਾਕਟਰ ਰਾਜ ਬਹਾਦਰ ਸਿੰਘ, ਉਹਨਾਂ ਨੂੰ ਦੂਜੀ ਵਾਰ ਫਿਰ ਭਗਵੰਤ ਮਾਨ ਨੇ ਗੱਲ ਕਹੀ ਹੈ ਵੀ ਤੁਸੀਂ ਆਪਣਾ ਅਹੁਦਾ ਸਾਂਭ ਲਓ। ਅੱਛਾ ਜੀ। ਪਰ ਉਹਨਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਆਪਣੀ ਗੱਡੀ, ਉਹਨਾਂ ਨੇ ਜਿਹੜੇ ਵੀ ਗਨਮੈਨ ਆ, ਉਹਨਾਂ ਨੇ ਜੋ ਡਰਾਈਵਰ ਆ, ਉਹਨਾਂ ਨੇ ਜੋ ਲੈਪਟਾਪ ਆ ਜਾਂ ਜਿਹੜੀਆਂ ਵੀ ਹੋਰ ਚੀਜ਼ਾਂ, ਉਹ ਸਾਰੀਆਂ ਦੀਆਂ ਸਾਰੀਆਂ ਯੂਨੀਵਰਸਿਟੀ ਨੂੰ ਭੇਜ ਦਿੱਤੀਆਂ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਹੁਣ ਕੰਮ ਕਰਨ ਵਾਲਾ ਇੱਥੇ ਮਾਹੌਲ ਨਹੀਂ ਹੈਗਾ। ਸੋ ਇਹ ਹੈ ਜੀ ਕਿ ਲਗਾਤਾਰ ਇਸ ਮਾਮਲੇ ਤੇ ਰਾਜਨੀਤੀ ਵੀ ਚੱਲ ਰਹੀ ਹੈ। ਅੱਧੀਆਂ ਜਥੇਬੰਦੀਆਂ ਇਹ ਗੱਲ ਕਹਿਣੀਆਂ ਧਰਨਾ ਦੇ ਕੇ ਵੀ ਭਾਈ ਵਧੀਆ ਹੋਇਆ ਇਹਨਾਂ ਨੇ ਅਸਤੀਫਾ ਦਿੱਤਾ। ਡਾਕਟਰਾਂ ਦੇ ਵੱਲੋਂ ਲਗਾਤਾਰ ਜ਼ੋਰ ਪਾਇਆ ਜਾ ਰਿਹਾ ਵੀ ਜੇਕਰ ਅੱਜ ਵੀਸੀ ਨਾਲ ਇਹ ਕੁਝ ਹੋ ਗਿਆ ਤੇ ਕੱਲ੍ਹ ਨੂੰ ਸਾਡੇ ਨਾਲ ਵੀ ਹੋਊਗਾ। ਇਸ ਕਰਕੇ ਭਾਈ ਇਹ ਜਿਹੜਾ ਅਸਤੀਫਾ ਇਹ ਨਾ ਪ੍ਰਵਾਨ ਕੀਤਾ ਜਾਵੇ ਤੇ ਵੀਸੀ ਡਾਕਟਰ ਰਾਜ ਬਹਾਦਰ ਸਿੰਘ ਹੀ ਰਹਿਣ। ਮੰਨਿਆ ਜਾ ਰਿਹਾ ਵੀ ਆਉਂਦੇ ਕੁਝ ਕੁ ਘੰਟਿਆਂ ਦੇ ਵਿੱਚ ਸ਼ਾਇਦ ਖਬਰ ਆ ਜੇ ਵੀ ਸੀਐਮਓ ਦਫ਼ਤਰ ਦੇ ਵੱਲੋਂ ਸੱਦਿਆ ਗਿਆ ਡਾਕਟਰ ਰਾਜ ਬਹਾਦਰ ਸਿੰਘ ਨੂੰ। ਇੱਕ ਹੋਰ ਕਮਾਲ ਦੀ ਗੱਲ ਦੱਸਦਾ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸੇ ਵਰੇ ਚੋਣਾਂ ਹੋਣੀਆਂ ਵਿਧਾਨ ਸਭਾ ਦੀਆਂ। ਅੱਛਾ ਜੀ। ਪਿਛੋਕੜ ਡਾਕਟਰ ਰਾਜ ਬਹਾਦਰ ਦਾ ਹਿਮਾਚਲ ਨਾਲ ਜੁੜਦਾ ਊਨਾ ਖੇਤਰ ਦੇ ਨਾਲ ਜੀ। ਉੱਥੇ ਵੀ ਦੇਖਿਆ ਜਾ ਰਿਹਾ ਵੀ ਜਿਹੜਾ ਇਹ ਕਾਂਡ ਹੋਇਆ ਜਾਂ ਜੋ ਕੁਝ ਵਾਪਰਿਆ ਇਹਦੇ ਕਰਕੇ ਹਿਮਾਚਲ ਦੀਆਂ ਚੋਣਾਂ ਦੇ ਉੱਤੇ ਕੋਈ ਅਸਰ ਪਊਗਾ ਕਿ ਨਹੀਂ। ਜੇ ਤਾਂ ਪੈਂਦਾ ਹੋਇਆ ਤਾਂ ਹੋ ਸਕਦਾ ਕੋਈ ਹੋਰ ਫੈਸਲਾ ਕੀਤਾ ਜਾਵੇ, ਤੇ ਜੇ ਨਾ ਅਸਰ ਪੈਂਦਾ ਹੋਇਆ ਤੇ ਫਿਰ ਜਿਵੇਂ ਚੱਲਦਾ ਉਵੇਂ ਚੱਲੀ ਜਾਵੇ। ਪਰ ਨਾ ਟਾਣਾ ਸਾਹਿਬ, ਇਸ ਮਾਮਲੇ ਦੇ ਉੱਪਰ ਨਾ ਜਿਹੜੇ ਲੋਕ ਸਿਆਸਤ ਕਰ ਰਹੇ ਨੇ, ਮੈਂ ਕਿਸੇ ਇੱਕ ਧਿਰ ਦੀ ਜਾਂ ਇੱਕ ਬੰਦੇ ਦੀ ਗੱਲ ਨਹੀਂ ਕਰ ਰਹੀ, ਪਰ ਜਿੰਨੇ ਵੀ ਲੋਕ ਸਿਆਸਤ ਕਰ ਰਹੇ ਨੇ ਉਹਨਾਂ ਤੇ ਬੜੀ ਹੈਰਾਨੀ ਹੁੰਦੀ ਹੈ ਟਾਣਾ ਸਾਹਿਬ। ਕਿਉਂਕਿ ਗੱਲ ਇਹ ਹੈ ਕਿ ਜਿਵੇਂ ਤੁਸੀਂ ਕਿਹਾ ਵੀ ਉਹ ਨਰਸ ਕਹਿੰਦੀ 15 ਸਾਲਾਂ ਦੇ ਵਿੱਚ ਅਸੀਂ ਨਹੀਂ ਵੇਖਿਆ ਵੀ ਇੱਥੇ ਕਦੀ ਗੱਦੇ ਆਏ ਹੋਣ। 15 ਸਾਲਾਂ ਤੋਂ ਇੱਕ ਸਰਕਾਰ ਤਾਂ ਨਹੀਂ ਸੀ, ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ, ਉਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ। ਸੋ ਥੋੜੇ ਜਾਂ ਬਹੁਤੇ ਹੈ ਤਾਂ ਕਸੂਰਵਾਰ ਸਾਰੇ ਹੀ।
ਅੱਜ ਕਿਹੜੇ ਮੂੰਹ ਦੇ ਨਾਲ ਅਸੀਂ ਡਾਕਟਰ ਰਾਜ ਬਹਾਦਰ ਹੋਰਾਂ ਦੇ ਕੋਲ ਜਾ ਕੇ ਕਦੀ ਉੱਥੇ ਨਕਲੀ ਹੰਝੂ ਵਹਾ ਕੇ ਤੇ ਗੱਲਾਂ ਕਰਦੇ ਆ, ਦੇਖੋ ਜੀ ਸਰਕਾਰ ਨੇ ਆਹ ਕਰਤਾ ਉਹ ਕਰਤਾ, ਤੇ ਅੱਜ ਅਸੀਂ ਇਹ ਵੀ ਤਾਂ ਵੇਖੀ ਨਾ ਵੀ ਸਾਡੀ ਕਾਰਗੁਜ਼ਾਰੀ ਕੀ ਸੀ, ਅਸੀਂ ਵੀ ਕਸੂਰਵਾਰ ਰਹੇ ਆ, ਅਸੀਂ ਵੀ ਧਿਆਨ ਨਹੀਂ ਦਿੱਤਾ ਕਿ ਹਸਪਤਾਲ ਨੂੰ ਕਿਹੜੀ ਚੀਜ਼ ਦੀ ਲੋੜ ਹੈ ਕਿਹੜੀ ਚੀਜ਼ ਦੀ ਨਹੀਂ। ਸੋ ਆਪਾਂ ਸਿਆਸਤ ਕਰਨ ਦੇ ਲਈ ਮੋਹਰੇ ਹੋ ਗਏ, ਪਰ ਮੁੱਢ ਕਿੱਥੇ ਹੈ ਗਲਤੀ ਦਾ ਉਹ ਕਿਸੇ ਨੇ ਵੀ ਨਹੀਂ ਫੜਿਆ। ਬਿਲਕੁਲ ਸਹੀ ਗੱਲ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ ਹੁਣ ਇੱਕ ਬਹੁਤ ਹੀ ਚਿੰਤਾਜਨਕ ਖਬਰ ਦੇ ਬਾਰੇ ਚ ਗੱਲ ਕਰਦੇ ਆ। ਕਿਹੜੀ? ਸਰਾਵਾਂ ਤੇ ਕਹਿੰਦੇ ਹੁਣ 12% ਦੀ GST ਲੱਗ ਗਈ। ਬਿਲਕੁਲ ਜੀ, ਕੇਂਦਰ ਦੀ ਸਰਕਾਰ ਨੇ ਨਾ ਇੱਕ ਨਵਾਂ ਫੈਸਲਾ ਕਰਤਾ। ਉਹਦੇ ਮੁਤਾਬਕ ਇਹ ਆ ਵੀ ਜਿਹੜੀਆਂ ਧਾਰਮਿਕ ਸਰਾਵਾਂ ਨੇ ਤੇ ਉਹਨਾਂ ਦੇ ਉੱਤੇ 12% ਦੀ GST ਲੱਗਿਆ ਕਰੂਗੀ ਜੀ। ਕਿਉਂਕਿ ਪਤਾ ਲੱਗਾ ਜੀ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ 5 ਜਿਹੜੀਆਂ ਸਰਾਵਾਂ ਨੇ ਇਹੋ ਜਿਹੀਆਂ ਜਿਹੜੀਆਂ ਲਗਜ਼ਰੀ ਸਰਾਵਾਂ ਤੇ ਉਹਨਾਂ ਦੇ ਉੱਤੇ ਕਹਿੰਦੇ ਵੀ 12% GST ਲੱਗਿਆ ਕਰਨੀ ਆ। ਜੀ। ਮੰਨ ਲਓ ਕਿ ਤੁਸੀਂ NRI ਨਿਵਾਸ ਦੇ ਵਿੱਚ ਰਹਿੰਦੇ ਹੋ, ਜਿਹੜਾ ਕਿ ਦਰਬਾਰ ਸਾਹਿਬ ਦੇ ਵਿੱਚ ਹੈਗੀ ਆ, ਤੇ ਉੱਥੇ 700 ਰੁਪਈਆ ਕਿਰਾਇਆ 24 ਘੰਟਿਆਂ ਦਾ, ਪਰ ਉਹਦੇ ਉੱਤੇ 12% GST ਹੁਣ ਲੱਗਿਆ ਕਰੂਗੀ। ਅੱਛਾ ਜੀ। ਹੋਰ ਵੀ ਇਸੇ ਤਰੀਕੇ ਦੇ ਨਾਲ ਜਿਹੜੀਆਂ ਜਿੱਥੇ ਸਰਾਵਾਂ ਵੱਡੀਆਂ ਹੈਗੀਆਂ ਉਹਨਾਂ ਦੇ ਉੱਤੇ 12% GST ਲਾਉਣ ਦਾ ਪ੍ਰਬੰਧ ਕੀਤਾ ਗਿਆ, ਭਾਵੇਂ ਉਹ ਹਿੰਦੂ ਧਰਮ ਦੀਆਂ ਸਰਾਵਾਂ, ਭਾਵੇਂ ਉਹ ਹੈਗੀਆਂ ਜੀ ਮੁਸਲਿਮ ਧਰਮ ਦੀਆਂ ਸਰਾਵਾਂ, ਭਾਵੇਂ ਸਿੱਖ ਧਰਮ ਦੇ ਨਾਲ ਸੰਬੰਧਿਤ ਸਰਾਵਾਂ, ਉਹਨਾਂ ਦੇ ਉੱਤੇ 12% GST ਦਾ ਪ੍ਰਬੰਧ ਕੀਤਾ ਗਿਆ ਹੈ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਟਾਣਾ ਸਾਹਿਬ, ਉਹਨਾਂ ਸਰਾਵਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹ ਦੂਰੋਂ ਆ ਕੇ ਸ਼ਰਧਾਲੂ ਉੱਥੇ ਆ ਕੇ ਰਹਿੰਦੇ ਨੇ, ਉੱਥੇ ਕਿਹੜਾ ਕੋਈ ਕਾਰੋਬਾਰ ਹੋ ਰਿਹਾ ਜਿਹੜਾ ਉਹਨਾਂ ਤੇ GST ਲਗਾਇਆ ਜਾ ਰਿਹਾ? ਪਤਾ ਨਹੀਂ ਕਿਉਂ ਸਰਕਾਰਾਂ ਇਹੋ ਜਿਹੇ ਫੈਸਲੇ ਲੈ ਰਹੀਆਂ ਨੇ। ਇਸ ਤੋਂ ਪਹਿਲਾਂ ਲੰਗਰ ਦੀਆਂ ਰਸਦਾਂ ਦੇ ਉੱਤੇ GST ਲਾਉਣ ਦੀ ਗੱਲ ਛਿੜੀ ਸੀ। ਜੀ ਜੀ। ਬੜਾ ਵਿਰੋਧ ਹੋਇਆ, ਬਾਅਦ ਦੇ ਵਿੱਚ ਉਹ ਫੈਸਲਾ ਵਾਪਸ ਲੈ ਲਿਆ। ਆ ਹੁਣ ਪਤਾ ਹੀ ਨਹੀਂ ਕੌਣ ਰਿਹਾ ਦਿੰਦਾ ਸਰਕਾਰ ਨੂੰ ਵੀ ਭਾਈ ਇਹਦੇ ਉੱਤੇ ਵੀ GST ਲਾ ਦਿਓ, ਇਹਦੇ ਤੇ ਵੀ ਲਾ ਦਿਓ, ਇਹਦੇ ਤੇ ਵੀ ਲਾ ਦਿਓ, ਇਹਦੇ ਤੇ ਵੀ ਲਾ ਦਿਓ। ਕੋਈ ਫਾਇਦਾ ਥੋੜੀ ਆ, ਬਦਨਾਮੀ ਜਦੋਂ ਹੋ ਜਾਂਦੀ ਚਾਰੇ ਪਾਸੇ, ਬਾਅਦ ਦੇ ਵਿੱਚ ਆਪਾਂ ਫੈਸਲਾ ਵੀ ਵਾਪਸ ਲੈਂਦੇ ਆ। ਨਹੀਂ, ਪਰ ਗੱਲ ਇਹ ਹੈ ਨਾ, ਬਦਨਾਮੀ ਤੋਂ ਬਾਅਦ ਫੈਸਲਾ ਵਾਪਸ ਲੈਂਦੇ ਆ ਤਾਂ ਮੁੜ ਕੇ ਉਹਨੂੰ ਭੰਡਦੇ ਵੀ ਬਹੁਤ ਆ, ਦੇਖੋ ਜੀ ਅਸੀਂ ਫੈਸਲਾ ਵਾਪਸ ਲੈ ਲਿਆ। ਗੱਲ ਇਹ ਹੈ ਵੀ ਤੁਸੀਂ ਫੈਸਲਾ ਪਹਿਲਾਂ ਸੁਣਾਇਆ ਹੀ ਕਿਉਂ? ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਨਾ, ਬਾਅਦ ਚ ਤੁਸੀਂ ਉਸ ਚੀਜ਼ ਨੂੰ ਕਹਿ ਕੇ ਵਾਹ ਵਾਹੀ ਖੱਟਣ ਦੀ ਕੋਸ਼ਿਸ਼ ਕਰਦੇ ਹੋ ਕਿ ਅਸੀਂ ਫੈਸਲਾ ਵਾਪਸ ਲੈ ਲਿਆ ਜੀ, ਅਸੀਂ ਲੋਕਾਂ ਦੀ ਆਵਾਜ਼ ਸੁਣ ਕੇ ਫੈਸਲਾ ਵਾਪਸ ਲੈ ਲਿਆ। ਜੇ ਲੋਕੀ ਆਵਾਜ਼ ਨਾ ਚੁੱਕਦੇ ਤਾਂ ਫੈਸਲਾ ਸੁਣਾਇਆ ਵੀ ਤਾਂ ਤੁਸੀਂ ਸੀ। ਅਗਲੀ ਗੱਲ ਇਹ ਹੈ ਵੀ ਦੁਨੀਆ ਭਰ ਦੇ ਵਿੱਚੋਂ ਸੰਗਤ ਆ ਜਿਹੜੀ ਉਹ ਜਾਂਦੀ ਆ ਵੱਖ-ਵੱਖ ਧਾਰਮਿਕ ਥਾਵਾਂ ਤੇ, ਉਹਨਾਂ ਦੇ ਵਿੱਚੋਂ ਕਈਆਂ ਨੇ ਬਾਹਰ ਰਹਿਣਾ ਵੀ ਹੁੰਦਾ ਜੀ, ਉਹ ਕਈ ਹੋਟਲਾਂ ਵਾਲੇ ਵੀ ਹੁੰਦੇ ਆ, ਕਈ ਸਰਾਵਾਂ ਵਾਲੇ ਵੀ ਹੁੰਦੇ ਆ। ਜੇ ਅੱਜ ਤੁਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਾ ਕੇ ਤੇ ਕਮਰਾ ਲੈਣਾ ਹੋਵੇ, ਤੁਹਾਨੂੰ 2000-2500 ਰੁਪਏ ਦਾ ਇੱਕ ਰਾਤ ਲਈ ਮਿਲਦਾ। ਅੱਛਾ ਜੀ। ਪਰ ਜੇਕਰ ਤੁਹਾਨੂੰ ਸਰਾਂ ਦੇ ਵਿੱਚ ਕਮਰਾ ਮਿਲ ਜੇ ਫਿਰ ਤੁਹਾਨੂੰ 500-700 ਰੁਪਏ ਦੇ ਵਿੱਚ ਮਿਲ ਜਾਂਦਾ। ਅੱਛਾ ਜੀ। ਇਹ ਵੱਖਰੀ ਗੱਲ ਆ ਵੀ ਉੱਥੇ ਸਿਫਾਰਿਸ਼ ਚੱਲਦੀ ਆ ਜਾਂ ਸਮੇਂ-ਸਮੇਂ ਤੇ ਇਹੋ ਜਿਹੀਆਂ ਗੱਲਾਂ ਆਉਂਦੀਆਂ, ਪਰ ਗੱਲ ਇਹ ਆ ਵੀ ਮਿਲ ਤਾਂ ਜਾਂਦਾ ਨਾ, ਉਹਦੇ ਉੱਤੇ ਤੁਸੀਂ 12% GST ਲਾ ਰਹੇ ਆ। ਵੀ ਪਹਿਲਾਂ ਤੁਸੀਂ ਦੁੱਧ ਦੇ ਉੱਤੇ ਲਾਤੀ, ਦਹੀਂ ਦੇ ਉੱਤੇ ਲਾਤੀ, ਹਰ ਚੀਜ਼ ਦੇ ਉੱਤੇ ਲਾਈ ਜਾਂਦੇ ਆ। ਆਹ ਹੁਣ ਜਿਹੜੇ ਆ ਦਰਬਾਰ ਸਾਹਿਬ ਦੇ ਵਿੱਚ ਜਾਂ ਹੋਰ ਵੱਖ-ਵੱਖ ਥਾਵਾਂ ਤੇ ਸਰਾਵਾਂ, ਇਹਨਾਂ ਦੇ ਉੱਤੇ ਵੀ ਲਾ ਦਿੱਤੀ। ਢਿੱਡ ਕਦੋਂ ਭਰੂਗਾ ਆਪਣਾ? ਪਤਾ ਨਹੀਂ, ਇਹ ਨਹੀਂ ਭਰਨਾ ਟਾਣਾ ਸਾਹਿਬ। ਇਹ ਤਾਂ ਕਹਿੰਦੇ ਆ ਵੀ ਜਿੰਨਾ ਹੋ ਸਕਦਾ ਉਹਨਾਂ ਲੋਕਾਂ ਨੂੰ ਨਿਚੋੜ ਲਓ, ਉਹਨਾਂ ਜ਼ਿਆਦਾ ਟੈਕਸ ਲਾ ਕੇ। ਠੀਕ ਆ, ਤੁਸੀਂ ਮੈਂ ਇਹ ਵਾਲੀ ਗੱਲ ਨਹੀਂ ਕਰ ਰਹੀ ਵੀ ਸਰਾਵਾਂ ਦੇ ਉੱਪਰ ਤੁਸੀਂ GST ਲਾਇਆ, ਇਹਨੂੰ ਮੈਂ ਸਹੀ ਨਹੀਂ ਕਹਿ ਰਹੀ, ਪਰ ਉੱਦਾਂ ਜਿਹੜਾ ਵੀ ਤੁਸੀਂ ਕਿਉਂਕਿ ਦੁੱਧ ਦੇ ਉੱਤੇ ਲਾਇਆ, ਹੋਰ ਚੀਜ਼ਾਂ ਦੇ ਉੱਪਰ ਜਿਹੜਾ ਟੈਕਸ ਲਾਇਆ, ਠੀਕ ਆ ਤੁਸੀਂ ਟੈਕਸ ਲਾਇਆ, ਪਰ ਬਦਲੇ 'ਚ ਲੋਕਾਂ ਨੂੰ ਕੀ ਦੇ ਰਹੇ ਹੋ? ਇਹ ਵੀ ਤਾਂ ਇੱਕ ਵੱਡਾ ਸਵਾਲ ਹੈ ਨਾ। ਤੁਸੀਂ ਕਹਿੰਦੇ ਹੋ ਵੀ ਅਸੀਂ ਟੈਕਸ ਲੈ ਰਹੇ ਹਾਂ ਦੇਸ਼ ਦੀ ਪ੍ਰਗਤੀ ਦੇ ਲਈ, ਦੇਸ਼ ਦੇ ਖੁਸ਼ਹਾਲ ਹੋਣ ਦੇ ਲਈ, ਅੱਗੇ ਵਧਣ ਦੇ ਲਈ ਟੈਕਸ ਜ਼ਰੂਰੀ ਹੈ, ਸਾਡੇ ਕੋਲ ਪੈਸਾ ਆਊਗਾ ਤੇ ਅਸੀਂ ਖਰਚ ਕਰਾਂਗੇ। ਲੋਕ ਤਾਂ ਤੁਹਾਨੂੰ ਟੈਕਸ ਜੋ ਅੱਖ ਖੁੱਲਦੀ ਹੈ ਉਦੋਂ ਤੋਂ ਦੇ ਹੀ ਰਹੇ ਨੇ, ਪਰ ਤੁਸੀਂ ਬਦਲੇ 'ਚ ਲੋਕਾਂ ਨੂੰ ਕੀ ਦੇ ਰਹੇ ਹੋ? ਇਹ ਵੀ ਤਾਂ ਇੱਕ ਵੱਡੀ ਸੋਚਣ ਵਾਲੀ ਗੱਲ ਹੈ। ਲੋਕਾਂ ਨੂੰ ਧੱਕੇ ਮਿਲਦੇ ਆ, ਲੋਕਾਂ ਨੂੰ ਲੋਲੀਪੌਪ ਮਿਲਦੇ ਆ, ਹੌਸਲਾ ਮਿਲਦਾ, ਲੋਕਾਂ ਨੂੰ ਹੌਸਲਾ ਮਿਲਦਾ ਵੀ ਕੋਈ ਗੱਲ ਨਹੀਂ, ਇੱਕ ਨਾ ਇੱਕ ਦਿਨ ਚੰਗਾ ਆਊਗਾ। ਉਹ ਚੰਗੇ ਦਿਨ ਲਿਆਉਣ ਦੀ ਗੱਲ ਕਰਨ ਵਾਲੇ ਜਿਹੜੇ ਉਹ ਤਾਂ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਆ। ਤੁਸੀਂ ਦੇਖੋ ਵੀ ਇੱਕ ਮਹੀਨੇ ਦੇ ਵਿੱਚ 4 ਵਾਰ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਗਿਆ, ਤੇ ਕੌਣ ਕਹਿੰਦਾ ਵੀ ਚੰਗੇ ਦਿਨ ਨਹੀਂ ਆਏ? ਇਹ ਸਿਲੰਡਰ 350 ਦਾ ਸੀ ਜਦੋਂ, ਉਦੋਂ ਪਾਉਂਦੇ ਸੀ ਰੌਲਾ, ਪਰ ਹੁਣ ਇਹ 1100 ਰੁਪਏ ਦਾ ਹੋ ਗਿਆ ਤੇ ਹੁਣ ਕਹਿੰਦੇ ਵਾਜਬ ਆ। ਤੇ ਮਤਲਬ ਇਹ ਆ ਵੀ ਲੋਕ ਹੀ ਕਮਲੇ ਹੋਏ, ਸਰਕਾਰਾਂ ਥੋੜੀ ਕਮਲੀਆਂ। ਇਹ ਹੁਣ 13 ਰੁਪਏ, 24 ਰੁਪਏ, 27 ਰੁਪਏ ਇਹ ਤੁਹਾਡੇ ਖਾਤੇ ਦੇ ਵਿੱਚ ਸਬਸਿਡੀ ਆਉਂਦੀ ਹੈ। 1100 ਰੁਪਇਆ ਦਿਓ ਤੇ 24-25 ਰੁਪਏ ਤੁਹਾਡੇ ਖਾਤੇ 'ਚ ਸਬਸਿਡੀ ਆ ਗਈ, ਕਹਿ ਦਿੰਦੇ ਚੰਗੇ ਦਿਨ ਆ ਗਏ ਆ। ਇਹਨਾਂ 24 ਰੁਪਈਆਂ ਦੇ ਨਾਲ ਤੁਸੀਂ ਕਹਿੰਦੇ ਵੀ ਜ਼ਿੰਦਗੀ ਵਧੀਆ ਕੱਢ ਲਓਗੇ। ਜੀ ਬਿਲਕੁਲ, ਜਿਹੜੇ ਕਹਿੰਦੇ ਆ ਵੀ ਤੁਸੀਂ ਕੋਈ ਗੱਲ ਨਹੀਂ, ਚਿੰਤਾ ਨਾ ਕਰੋ, ਪਕੌੜੇ ਬਣਾ ਕੇ ਕੱਢੀ ਚੱਲੋ ਤੇ ਉਹਦੇ ਨਾਲ ਵੀ ਤੁਹਾਡਾ ਬਹੁਤ ਵਧੀਆ ਭਵਿੱਖ ਹੋਊਗਾ, ਉਹਨਾਂ ਤੋਂ ਹੋਰ ਤੁਸੀਂ ਆਸ ਵੀ ਕੀ ਰੱਖ ਸਕਦੇ? ਬਿਲਕੁਲ ਸਹੀ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।
ਟਾਣਾ ਸਾਹਿਬ ਆਪਾਂ ਟੈਕਸ ਦੀ ਗੱਲ ਕਰ ਰਹੇ ਸੀ ਤੇ ਇੱਕ ਛੋਟੀ ਜੀ ਬੱਚੀ ਦੀ ਗੱਲ ਵੀ ਕਰ ਲਈਏ। ਉਹਦਾ ਨਾਂ ਹੈਗਾ ਜੀ ਕ੍ਰਿਤੀ ਦੂਬੇ ਜੀ। ਇਸ ਬੱਚੀ ਨੇ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ, ਕਿਉਂਕਿ ਇਹ ਬੱਚੀ ਵੀ ਕਿਤੇ ਨਾ ਕਿਤੇ ਉਦਾਸ ਹੈ ਵਿਚਾਰੀ। ਉਹ ਕਹਿੰਦੀ ਵੀ ਤੁਸੀਂ ਟੈਕਸ ਲਾ ਕੇ ਆ ਹੁਣ ਮੇਰੇ ਲਈ ਜਿਹੜੀ ਮੇਰੀ ਪੈਨਸਿਲ ਆ ਉਹ ਵੀ ਮਹਿੰਗੀ ਹੋ ਗਈ ਕਿਉਂਕਿ ਤੁਸੀਂ ਟੈਕਸ ਲਗਾ ਦਿੱਤਾ ਉੱਤੇ, ਰਬੜ ਵੀ ਮਹਿੰਗੀ ਹੋ ਗਈ, ਮੇਰੀ ਮੈਗੀ ਵੀ ਮਹਿੰਗੀ ਹੋ ਗਈ, ਤੁਸੀਂ ਇਹ ਸਾਰਾ ਕੁਝ ਕਿਉਂ ਕਰ ਰਹੇ ਹੋ? ਉਹਨੂੰ ਇਹ ਚੰਗਾ ਨਹੀਂ ਲੱਗਿਆ ਹੈ ਨਾ। ਉਸ ਬੱਚੀ ਨੇ ਜਿਹੜੀ ਚਿੱਠੀ ਲਿਖੀ ਆ ਜੀ, ਇਹ ਸੋਸ਼ਲ ਮੀਡੀਆ ਤੇ ਬਹੁਤ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ। ਹਾਂਜੀ। ਇਸ ਚਿੱਠੀ ਦੇ ਵਿੱਚ ਉਹਨੇ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਅੰਕਲ ਤੁਸੀਂ ਚੀਜ਼ਾਂ ਇੰਨੀਆਂ ਮਹਿੰਗੀਆਂ ਕਰਤੀਆਂ ਵੀ ਅੱਗੇ ਜੇਕਰ ਮੈਂ ਪੈਨਸਲ ਗਵਾ ਬੈਂਦੀ ਸੀ ਤਾਂ ਮੇਰੀ ਮਾਂ ਮੈਨੂੰ ਨਵੀਂ ਪੈਨਸਲ ਦੇ ਦਿੰਦੀ ਸੀ ਜੀ। ਜੇ ਅੱਗੇ ਮੈਂ ਰਬੜ ਗਵਾ ਬੈਂਦੀ ਸੀ ਮਾਂ ਮੇਰੀ ਨਵੀਂ ਰਬੜ ਦੇ ਦਿੰਦੀ ਸੀ। ਮੈਗੀ ਜਦੋਂ ਮੈਂ ਮੰਗਦੀ ਸੀ ਮੈਨੂੰ ਮਿਲ ਜਾਂਦੀ ਸੀ। ਪਰ ਜਦੋਂ ਤੋਂ ਚੀਜ਼ਾਂ ਦੇ ਉੱਤੇ ਮਹਿੰਗਾਈ ਵਧੀ ਆ ਤੇ ਜੇਕਰ ਮੇਰੀ ਪੈਨਸਲ ਗਵਾ ਜਾਂਦੀ ਮੇਰੀ ਮਾਂ ਹੁਣ ਮੈਨੂੰ ਛੇਤੀ ਪੈਨਸਲ ਨਹੀਂ ਦਿੰਦੀ। ਮੈਗੀ ਦੀ ਮੈਨੂੰ ਲੋੜ ਹੁੰਦੀ ਕਹਿ ਦਿੰਦੀ ਵੀ ਕੱਲ ਹੀ ਤੈਨੂੰ ਦਵਾ ਦਿੱਤੀ ਸੀਗੀ ਬਣਾ ਕੇ, ਅੱਜ ਨਹੀਂ ਮਿਲਦੀਗੀ, ਅਗਲੇ ਹਫਤੇ ਵੇਖਾਂਗੇ। ਸੋ ਕਿਰਪਾ ਕਰਕੇ ਹਰ ਚੀਜ਼ ਦੇ ਉੱਤੇ ਭਾਅ ਨਾ ਵਧਾਈ ਚੱਲੋ, ਕਟੌਤੀ ਕਰੋ ਚੀਜ਼ਾਂ ਦੀ ਕੀਮਤ ਦੇ ਵਿੱਚ। ਜੀ, ਦੇਖਦੇ ਹਾਂ ਪ੍ਰਧਾਨ ਮੰਤਰੀ ਸਾਹਿਬ ਦੇ ਉੱਪਰ ਇਸ ਚਿੱਠੀ ਦਾ ਕੋਈ ਅਸਰ ਹੁੰਦਾ ਜਾਂ ਨਹੀਂ ਹੁੰਦਾ, ਕਿਉਂਕਿ ਇਹ ਇਕੱਲੀ ਇਸ ਬੱਚੀ ਦੀ ਆਵਾਜ਼ ਨਹੀਂ ਆ। ਵੱਡੇ ਵਿਚਾਰੇ ਠੀਕ ਆ ਚਿੱਠੀਆਂ ਨਾ ਲਿਖਦੇ ਹੋਣਗੇ ਪਰ ਦੁੱਖ ਉਹਨਾਂ ਨੂੰ ਵੀ ਬਹੁਤ ਹੋ ਰਿਹਾ ਕਿਉਂਕਿ ਬੱਚੀ ਨੂੰ ਤਾਂ ਸਿਰਫ ਰਬੜ, ਪੈਨਸਲ ਜਾਂ ਮੈਗੀ ਦੇ ਉੱਪਰ ਜਿਹੜਾ ਟੈਕਸ ਆ ਉਹ ਨਜ਼ਰ ਆ ਰਿਹਾ ਹੈ। ਵੱਡੇ ਵਿਚਾਰੇ ਜਿਹੜੇ ਕਮਾਉਣ ਵਾਲੇ ਨੇ ਜਾਂ ਜਿਨ੍ਹਾਂ ਦੇ ਉੱਪਰ ਪਰਿਵਾਰ ਦੀ ਜ਼ਿੰਮੇਵਾਰੀ, ਉਹਨਾਂ ਨੂੰ ਪੁੱਛੋ ਵੀ ਬਿਜਲੀ ਦੇ ਬਿੱਲ ਤੋਂ ਲੈ ਕੇ, ਪਾਣੀ ਤੋਂ ਲੈ ਕੇ, ਪਾਉਣ ਵਾਲੇ ਕੱਪੜਿਆਂ ਤੋਂ ਲੈ ਕੇ, ਬ੍ਰਸ਼ ਤੋਂ ਲੈ ਕੇ, ਪੇਸਟ, ਸਾਬਣ, ਹੋਰ ਹਰ ਰੋਜ਼ ਜਿਹੜੀਆਂ ਚੀਜ਼ਾਂ ਵਰਤੋਂ ਦੇ ਵਿੱਚ ਆਉਂਦੀਆਂ ਨੇ ਉਹਨਾਂ ਸਾਰਿਆਂ ਦੀ ਜੇ ਗੱਲ ਕਰੀਏ ਕਿੰਨਾ ਟੈਕਸ ਉਹ ਹਰ ਰੋਜ਼ ਦਿੰਦੇ ਨੇ ਤੇ ਬਦਲੇ 'ਚ ਕੁਝ ਵੀ ਨਹੀਂ ਮਿਲਦਾ। ਇਹ 6 ਸਾਲ ਦੀ ਬੱਚੀ ਹੈ, ਪਹਿਲੀ ਕਲਾਸ ਦੀ ਵਿਦਿਆਰਥਣ ਹੈ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਦੀ ਚਿੱਠੀ ਦੀ ਚਰਚਾ ਹੋ ਰਹੀ ਹੈ ਜੀ। ਤੇ ਉਮੀਦ ਕਰਦੇ ਹਾਂ ਕਿ ਇਹਦੀ ਚਿੱਠੀ ਦਾ ਜਵਾਬ ਵੀ ਮਿਲੂਗਾ ਤੇ ਚਿੱਠੀ ਤੋਂ ਬਾਅਦ ਵਿੱਚ ਕੋਈ ਸ਼ਾਇਦ ਜਿਹੜਾ ਟੈਕਸ ਦੇ ਵਿੱਚ ਕਟੌਤੀ ਵੀ ਹੋ ਜਾਵੇ। ਆਸ ਤਾਂ ਨਹੀਂ, ਚਲੋ ਕੀ ਪਤਾ ਬੱਚੀ ਨੇ ਹਲੂਣਾ ਦਿੱਤਾ, ਸ਼ਾਇਦ ਕੋਈ ਅਸਰ ਹੋ ਜਾਵੇ ਉਹਦਾ। ਤੇ ਆਪਾਂ ਹੁਣ ਚੱਲੀਏ ਟਾਣਾ ਸਾਹਿਬ। ਆਪਾਂ ਚੱਲਦੇ ਹਾਂ। ਪਹਿਲਾਂ ਮੈਨੂੰ ਇਹ ਦੱਸੋ ਵੀ ਮੈਂ ਸੱਚੀ ਮੁੱਚੀ ਕਿੰਨਾ ਕੁ ਮੇਰਾ ਭਾਰ ਘਟਿਆ ਲੱਗਦਾ ਹੁਣ? ਕਾਫੀ ਘਟ ਗਿਆ। ਅੱਛਾ, ਹਾਂਜੀ। ਇਹ ਸਾਰੇ ਦਰਸ਼ਕਾਂ ਨੂੰ ਵੀ ਲੱਗਦਾ? ਹਾਂਜੀ। ਆਪਾਂ ਅੱਛਾ ਜੇ ਪੁੱਛਣਾ ਸਾਰੇ ਅੱਜ ਆਪਾਂ ਇਹ ਪੁੱਛਣਾ ਦੱਸ ਦਿਓ ਜੀ ਕਿੰਨੇ ਕੁ ਫੀਸਦੀ ਭਾਰ ਘਟਿਆ ਲੱਗਦਾ ਤੁਹਾਨੂੰ ਟਾਣਾ ਸਾਹਿਬ ਦਾ? ਮੈਨੂੰ ਤਾਂ ਕਈ ਹੋਰ ਹੀ ਮੈਸੇਜ ਭੇਜਦੇ, ਸੁਨੇਹੇ ਭੇਜਦੇ ਟਾਣਾ ਸਾਹਿਬ। ਉਹ ਕਹਿੰਦੇ ਵੀ ਟਾਣਾ ਸਾਹਿਬ ਨੂੰ ਕੀ ਹੋ ਗਿਆ, ਇਹ ਠੀਕ ਨਹੀਂ ਲੱਗਦੇ, ਇੰਨਾ ਭਾਰ ਘਟਾ ਲਿਆ, ਪਹਿਲਾਂ ਵਧੀਆ ਲੱਗਦੇ ਸੀ। ਪਹਿਲਾਂ ਕਹਿੰਦੇ ਸੀ ਵੀ ਪਹਿਲਾਂ ਨਹੀਂ ਵਧੀਆ ਲੱਗਦਾ। ਹਰੇਕ ਦੀ ਆਪੋ ਆਪਣੀ ਰਾਏ ਹੁੰਦੀ ਹੈ। ਸਰੀਰ ਤੰਦਰੁਸਤ ਹੋਣਾ ਚਾਹੀਦਾ, ਮੋਟੇ ਪਤਲੇ ਨਾਲ ਫਰਕ ਨਹੀਂ ਪੈਂਦਾ। ਵਿੱਚੇ ਮੈਨੂੰ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਮੋਟਾ ਬੜਾ ਹੋ ਗਿਆ। ਅੱਛਾ ਜੀ। ਤੇ ਹੁਣ ਕਹਿੰਦੇ ਪਤਲਾ ਬੜਾ ਹੋ ਗਿਆ। ਚਲੋ ਕੋਈ ਨਹੀਂ, ਲੱਗ ਜੂਗਾ ਪਤਾ, ਆ ਜਾਣੀ ਪ੍ਰਤੀਕਿਰਿਆ। ਹਾਂ, ਪਰ ਕੋਈ ਗੱਲ ਨਹੀਂ ਭਾਈ, ਭਾਰ ਘਟਾਉਣਾ ਚਾਹੀਦਾ। ਮੈਨੂੰ ਕਈ ਸੱਜਣ ਪੁੱਛਦੇ ਵੀ ਖਾਣਾ ਕੀ ਆ, ਮੈਂ ਕਿਹਾ ਕੁਝ ਵੀ ਨਹੀਂ ਖਾਂਦਾ ਤਾਂ ਹੀ ਘਟਦਾ। ਜੀ ਬਿਲਕੁਲ, ਕੁਝ ਖਾ ਕੇ ਤਾਂ ਘਟਦਾ ਹੀ ਨਹੀਂ। ਹਾਂ ਜੀ, ਪਰ ਜਿਹੜੀਆਂ ਚੀਜ਼ਾਂ ਦੀ ਸਰੀਰ ਨੂੰ ਲੋੜ ਹੈ ਉਹ ਚੀਜ਼ਾਂ ਖਾਣੀਆਂ ਵੀ ਚਾਹੀਦੀਆਂ ਨੇ। ਜਿਵੇਂ ਸਲਾਦ ਹੋ ਗਿਆ, ਜਿਵੇਂ ਅੱਜ ਉਹ ਤੁਹਾਨੂੰ ਜਿਹੜੀਆਂ ਚੀਜ਼ਾਂ, ਹਾਂ, ਭੁੰਨੇ ਹੋਏ ਛੋਲੇ ਜਾਂ ਹੋਰ ਜਿਹੜੇ ਸੋਇਆਬੀਨ ਹੋ ਗਈ, ਮੂੰਗਫਲੀ ਹੋ ਗਈ, ਹੈ ਨਾ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਸਤਨਾਜਾ ਜਿਹਾ ਹੁੰਦਾ ਉਹ ਵੀ ਖਾਣਾ ਚਾਹੀਦਾ। ਸੋ ਬਾਕੀ ਗੱਲ ਹੈਗੀ ਇਦਾਂ ਵੀ ਇਹ ਮੀਂਹ ਦਾ ਮੌਸਮ ਹੈ, ਇਸ ਮੌਸਮ ਦੇ ਵਿੱਚ ਬੱਚਿਆਂ ਦਾ, ਬਜ਼ੁਰਗਾਂ ਦਾ ਆਪਣਾ ਖਾਸ ਤੌਰ ਦੇ ਉੱਪਰ ਖਿਆਲ ਰੱਖੋ। ਇਦਾਂ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਫੈਲ ਰਹੀਆਂ ਨੇ। ਕਿਸੇ ਨੂੰ ਜ਼ੁਕਾਮ ਹੋ ਗਿਆ, ਕਿਸੇ ਨੂੰ ਖੰਘ ਹੋ ਗਈ, ਕਿਸੇ ਨੂੰ ਬੁਖਾਰ ਹੋ ਗਿਆ। ਸੋ ਆਪਣੇ ਬਚਾਅ ਦੇ ਵਿੱਚ ਹੀ ਬਚਾਅ ਹੈ, ਖਿਆਲ ਰੱਖੋ, ਤੰਦਰੁਸਤ ਰਹੋ ਤੇ ਤਾਂ ਹੀ ਪਰਿਵਾਰ ਤੰਦਰੁਸਤ ਰਹੇਗਾ। ਸੋ ਹੁਣ ਅਸੀਂ ਚੱਲਦੇ ਹਾਂ, ਜਾਣ ਦਾ ਵੇਲਾ ਹੋ ਗਿਆ। ਪ੍ਰਤੀਕਿਰਿਆ ਆਪਣੀ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।